ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਕੀ ਕਹਿੰਦਾ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਡਿਸਕਸ ਕਰਦੇ, ਲੇਕਿਨ ਉਸ ਤੋਂ ਪਹਿਲਾਂ ਦੋ ਨੰਬਰ ਫਲੈਸ਼ ਹੋ ਰਹੇ। ਇੱਕ ਇੰਡੀਆ ਦਾ ਨੰਬਰ ਹੈ ਤੇ ਇੱਕ ਯੂਐਸ ਦਾ ਨੰਬਰ ਹੈ। ਦੋਨੋਂ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਜੁੜ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਲਾਈਵ। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਪੰਜਾਬ ਟੁਡੇ ਦੇ ਫੇਸਬੁੱਕ ਤੇ YouTube ਪੇਜ ਤੇ ਲਾਈਵ ਦੇਖ ਰਹੇ ਹੋ ਤੇ ਪੰਜਾਬ ਟੁਡੇ ਦਾ ਜਿਹੜਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ। ਆਪਣੇ ਸੁਝਾਅ ਜ਼ਰੂਰ ਦਿਓ ਕਿਉਂਕਿ ਤੁਹਾਡਾ ਹਰ ਇੱਕ ਸੁਝਾਅ ਬੇਹੱਦ ਹੀ ਜ਼ਿਆਦਾ ਇੰਪੋਰਟੈਂਟ ਹੈ। ਹੁਣ ਗੱਲ ਕਰ ਲੈਂਦੇ ਅੱਜ ਦੇ ਮੁੱਦੇ ਦੀ। ਅੱਜ ਦਾ ਮੁੱਦਾ ਦਰਅਸਲ ਭਾਰਤ ਦਾ ਇਹ ਮੁੱਦਾ ਕਹਿ ਰਹੀਏ ਕਿਉਂਕਿ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਭਾਰਤ ਦੀ ਗੱਲ ਕਰੀਏ ਤੇ ਪੰਜਾਬ ਕਾਂਗਰਸ ਤੇ INC ਇੰਡੀਅਨ ਨੈਸ਼ਨਲ ਕਾਂਗਰਸ ਜਿਸ ਨੂੰ ਕਿਹਾ ਜਾਂਦਾ ਹੈ ਉਸ ਦਾ ਕਿਤੇ ਨਾ ਕਿਤੇ ਇਹ ਸਮਝ ਨਹੀਂ ਆ ਰਿਹਾ ਕਿ ਇਹ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਜਿਸ ਨੂੰ ਕਿਹਾ ਜਾਂਦਾ ਸੀ ਆਖਿਰ ਉਹ ਕਿਸ ਦਿਸ਼ਾ ਵੱਲ ਜਾ ਰਹੀ ਹੈ। ਕਿਉਂਕਿ ਭਾਰਤ ਜੋੜੋ ਯਾਤਰਾ ਜਿਹੜੀ ਉਹ ਸ਼ੁਰੂਆਤ ਜ਼ਰੂਰ ਕੀਤੀ ਗਈ ਹੈ ਰਾਹੁਲ ਗਾਂਧੀ ਵੱਲੋਂ। ਇਸ ਯਾਤਰਾ ਦੇ ਵਿੱਚ ਹਾਲਾਂਕਿ ਕਾਫੀ ਲੋਕ ਉਹਨਾਂ ਦੇ ਨਾਲ ਜੁੜ ਵੀ ਰਹੇ ਨੇ ਤੇ ਕਈ ਕਾਂਗਰਸੀ ਲੀਡਰਸ ਉਹਨਾਂ ਦੇ ਨਾਲ ਹੈ ਵੀ ਤੇ ਵਿਜ਼ੂਅਲਸ ਵੀ ਤੁਸੀਂ ਦੇਖ ਰਹੇ ਹੋਣੇ ਕਿ ਲਗਾਤਾਰ ਜਿਹੜੇ ਚੱਲਦੇ ਜਾ ਰਹੇ ਨੇ। ਲੇਕਿਨ इन सारियां दे बीच अक्सर सवाल यही पैदा होता है कि जिहड़ी कांग्रेस की एकता है, कांग्रेस नूं जोड़न की जेकर गल की जाए तो किन्ना की जिहड़ा है कांग्रेस जुड़ी भी नजर। पंजाब कांग्रेस की गल की जाए तो अमरिंदर राजा वड़िंग जिहड़े है वो प्रधान बने सी ते प्रधान बनन तो बाद भी इदां लग रहा सी कि जिहड़ा बगावत है वो घट हो जाएगी, लेकिन बगावत जिहड़ी वो घट होंदी नज़र नहीं आ रही। दूजे पासे लगातार बयानबाजियां भी जिहड़ी कीतियां जांदियां ने ਵੱਖ-ਵੱਖ ਜਿਹੜੇ ਲੀਡਰਸ ਨੇ। ਹਾਲ ਫਿਲਹਾਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਅੱਧੇ ਤੋਂ ਜ਼ਿਆਦਾ ਜਿਹੜੇ ਸਾਬਕਾ ਮਿਨਿਸਟਰਸ ਨੇ ਉਹਨਾਂ ਉੱਤੇ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਵਿਜੀਲੈਂਸ ਦੀ ਰਡਾਰ ਕਰਕੇ ਇਕਜੁੱਟਤਾ ਜਿਹੜੀ ਉਹ ਨਜ਼ਰ ਨਹੀਂ ਆਈ। ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਹੋਰ ਵੀ ਪੰਜਾਬ ਦੇ ਕਈ ਮੁੱਦੇ ਰਾਜਾ ਵੜਿੰਗ ਨੂੰ ਜਿਹੜੀ ਨਸੀਹਤ ਉਹਨਾਂ ਨੇ ਦਿੱਤੀ ਪਿਛਲੇ ਦਿਨੋਂ ਬਿਆਨ ਸੁਣਿਆ ਵੀ ਉਹਨੇ ਟਵੀਟ ਵੀ ਦੇਖਿਆ ਹੋਣਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਉੱਥੇ ਧਰਨਾ ਦੇਣ ਦੀ ਬਜਾਏ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੀ ਲੋੜ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਜਿਹੜਾ ਚੁੱਕਣਾ ਚਾਹੀਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ। ਲੇਕਿਨ ਇਨ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਇਹ ਕਾਂਗਰਸ ਦਾ ਆਧਾਰ ਕਿਹਾ ਜਾਂਦਾ ਸੀ ਕਿ ਪਹਿਲਾਂ ਸਿਰਫ ਦੋ ਹੀ ਪਾਰਟੀਆਂ ਹੁੰਦੀ ਸੀ ਦੇਸ਼ ਦੇ ਵਿੱਚ, ਯਾਨੀ ਕਿ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਰਾਜ ਕਾਂਗਰਸ ਨੇ ਕੀਤਾ ਹੈ। ਲੇਕਿਨ ਉਸ ਤੋਂ ਬਾਅਦ ਸੱਤਾ ਦੇ ਵਿੱਚ ਆਈ ਭਾਰਤੀ ਜਨਤਾ ਪਾਰਟੀ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਕਿਤੇ ਨਾ ਕਿਤੇ ਜਿਹੜਾ ਦੀ ਇੱਕ ਨੀਤੀ ਸੀ ਕਿ ਕਾਂਗਰਸ ਮੁਕਤ ਭਾਰਤ ਉਹ ਕਿਤੇ ਨਾ ਕਿਤੇ ਹੁਣ ਹੁੰਦਾ ਨਜ਼ਰ ਆ ਰਿਹਾ। ਕਿਉਂਕਿ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਕਿ ਕਈ ਸੂਬਿਆਂ ਦੇ ਵਿੱਚ ਜਿਹੜਾ ਹੈ ਇਹਨਾਂ ਦਾ ਜਿਹੜੇ ਇਸਤੀਫੇ ਦੇ ਦੌਰ ਜਾ ਰਹੀ ਹੈ। ਗੁਲਾਮ ਨਬੀ ਆਜ਼ਾਦ ਇਸਤੀਫਾ ਦੇ ਗਏ, ਹੋਰ ਕਾਫੀ ਸੀਨੀਅਰ ਜਿਹੜੇ ਲੋਕ ਹੈ ਉਹ ਇਸਤੀਫਾ ਦੇ ਚੁੱਕੇ ਨੇ। ਉਸ ਤੋਂ ਬਾਅਦ ਜਿਹੜੇ ਕਾਰਜਕਰਤਾ ਹੈ ਜਿਹੜੇ ਕਿ ਕੰਮ ਕਰਦੇ ਨੇ, ਜਿਹੜੇ ਕਿ ਪਾਰਟੀ ਵਰਕਰ ਸ਼ੁਰੂਆਤ ਤੋਂ ਜੁੜੇ ਹੁੰਦੇ ਨੇ, ਉਹਨਾਂ ਨੂੰ ਕਿਤੇ ਕਿਤੇ ਲੱਗਦਾ ਹੈ ਕਿ ਆਖਿਰ ਉਹ ਕਿੱਥੇ ਜਾਣ। ਕਿਉਂਕਿ ਜਦ ਪਾਰਟੀ ਦੇ ਵੱਡੇ ਲੀਡਰਸ ਕਹੀਏ ਜਾਂ ਜਿਨ੍ਹਾਂ ਨੇ ਨੇਤਰਤਵ ਕਰਨਾ ਹੈ ਜਦ ਉਹੀ ਇਕਜੁੱਟ ਨਾ ਹੋਣ ਤੇ ਆਖਿਰ ਉਹ ਕੀ ਕਰਨ। ਇਹ ਸਾਰੀ ਚੀਜ਼ਾਂ ਜਿਹੜੀ ਹੈ ਉਹਨਾਂ ਨੂੰ ਵੀ ਲੱਗਦਾ ਹੈ ਕਿ ਆਖਿਰ ਉਹ ਕਿੱਥੇ ਜਾਣ। ਤੇ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਕਾਂਗਰਸ ਨੂੰ ਇਹ ਸੋਚਣ ਦੀ ਜ਼ਰੂਰ ਲੋੜ ਹੈ। ਹੁਣ ਇਸ ਭਾਰਤ ਜੋੜੋ ਯਾਤਰਾ ਦੇ ਤਹਿਤ ਜਿੱਥੇ 150 ਦਿਨ ਦੀ ਇਹ ਯਾਤਰਾ ਹੈ ਤੇ ਇਸ ਯਾਤਰਾ ਦੇ ਵਿੱਚ ਕਾਫੀ ਜ਼ਿਆਦਾ ਨਿਯਮ ਰੱਖੇ ਗਏ ਨੇ ਕਿ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਹੈ। ਤੇ ਇਹ ਵੀ ਦੱਸ ਦਿੰਦੇ ਕਿ ਖਾਸ ਕਰ ਜਿਹੜਾ ਅਨੁਸ਼ਾਸਨ ਦੀ ਗੱਲ ਕੀਤੀ ਜਾਏ ਜਾਂ ਗੱਲ ਕੀਤੀ ਜਾਏ ਕਿ ਇੱਕ ਡਿਸਿਪਲਿਨ ਦੀ, ਤੁਹਾਨੂੰ ਯਾਦ ਹੋਏਗਾ ਅਮਰਿੰਦਰ ਰਾਜਾ ਵੜਿੰਗ ਨੂੰ ਜਦ ਪ੍ਰਧਾਨ ਬਣਾਇਆ ਗਿਆ ਸੀ ਤਦ ਕਿਹਾ ਗਿਆ ਸੀ ਕਿ 3D ਡੈਡੀਕੇਸ਼ਨ, ਡਿਸਿਪਲਿਨ ਅਤੇ ਜਿਹੜੀ ਇੱਕ ਡਿਟਰਮੀਨੇਸ਼ਨ ਕਹੀਏ ਜਾਂ ਉਸਨੂੰ ਕਹੀਏ ਕਿ ਜਿਹੜਾ ਡਾਇਲੌਗ, ਇਹ ਤਿੰਨਾਂ ਚੀਜ਼ਾਂ ਹੋਣੀ ਬੇਹੱਦ ਜ਼ਰੂਰੀ। ਉਹਨਾਂ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਬਣਿਆ, ਮੈਂ ਪਾਰਟੀ ਨੂੰ ਜੋੜਨਾ ਚਾਹੁੰਦਾ, ਉਸ ਵਾਸਤੇ ਮੈਂ ਕੰਮ ਕਰਨ ਆਇਆ। ਲੇਕਿਨ ਉਸ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਇਹ ਨਜ਼ਰ ਆਇਆ ਕਿ ਪੰਜਾਬ ਦੇ ਵਿੱਚ ਵੀ ਕਾਫੀ ਜ਼ਿਆਦਾ ਬਗਾਵਤ ਨਜ਼ਰ ਆਈ। ਦੂਜੇ ਪਾਸੇ ਕਿਉਂਕਿ ਜ਼ਿਆਦਾ ਤੋਂ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਦੇ ਵਿੱਚ ਆਧੇ ਤੋਂ ਜ਼ਿਆਦਾ ਜਿਹੜੀ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਉੱਤੇ ਵੀ ਸਵਾਲ ਪੈਦਾ ਹੋ ਗਿਆ ਕਿ ਆਖਿਰ ਕਿਵੇਂ ਜਿਹੜਾ ਹੈ ਕਿਉਂਕਿ ਵਿਰੋਧੀ ਧਿਰ ਵੀ ਹੈ, ਮੁੱਖ ਵਿਰੋਧੀ ਧਿਰ ਕਾਂਗਰਸ ਹੀ ਹੈ ਪੰਜਾਬ ਦੇ ਵਿੱਚ ਤੇ ਹਾਲਾਂਕਿ 18 MLAs ਨੇ ਇਹਨਾਂ ਦੇ। ਲੇਕਿਨ ਇਸ ਵਿੱਚ ਇਹ ਸਵਾਲ ਹੈ ਕਿ ਵਿਜੀਲੈਂਸ ਦੀ ਜਿਹੜੀ ਰੇਡ ਹੈ ਉਸ ਪਾਸੇ ਧਿਆਨ ਚਲਾ ਜਾਂਦਾ, ਯਾਨੀ ਕਿ ਪੰਜਾਬ ਦੇ ਮੁੱਦੇ ਜ਼ਰੂਰ ਚੁੱਕਣਾ ਚਾਹੁੰਦੇ, ਚੁੱਕਦੇ ਵੀ ਹੈ, ਚਾਹੇ ਉਹ ਐਕਸਾਈਜ਼ ਪਾਲਿਸੀ ਦੀ ਗੱਲ ਹੋ ਹੋਰ ਮੁੱਦਿਆਂ ਦੀ ਗੱਲ ਹੋਵੇ ਜਾਏ ਤੇ ਕਿਤੇ ਵੀ ਜਿਹੜੀ ਹੈ ਉਹ ਚੀਜ਼ਾਂ ਸਾਹਮਣੇ ਨਹੀਂ ਆ ਪਾਉਂਦੀ, ਜਿਸ ਕਰਕੇ ਕਾਂਗਰਸ ਇਕਜੁੱਟ ਹੋਣਾ ਤਾਂ ਚਾਹੁੰਦੀ ਹੈ ਬਟ ਹੋ ਨਹੀਂ ਪਾਉਂਦੀ ਹੈ। ਦੂਜੇ ਪਾਸੇ ਇੱਕ ਮੋਰਲ ਤਦ ਵੀ ਡਾਊਨ ਹੋ ਜਾਂਦਾ ਹੈ ਜਦ ਵੱਡੇ ਲੀਡਰਸ ਕਾਂਗਰਸ ਦੇ ਜਿਹੜੇ ਆ ਉਹ ਇਸਤੀਫਾ ਦੇ ਦਿੰਦੇ ਨੇ। ਕਿਤੇ ਨਾ ਕਿਤੇ ਇਹ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਆਖਿਰ ਭਾਰਤ ਜੋੜਨ ਤੋਂ ਪਹਿਲਾਂ ਕਾਂਗਰਸ ਨੂੰ ਕਿੰਨਾ ਕੀ ਜੋੜਨ ਦੀ ਲੋੜ ਹੈ। ਹਾਲਾਂਕਿ ਕੋਈ ਵੀ ਸੀਨੀਅਰ ਲੀਡਰ ਹੋਣ ਕਾਂਗਰਸ ਦੇ ਉਹ ਜ਼ਰੂਰ ਇਹ ਕਹਿੰਦੇ ਹੈ ਕਿ ਜਿਹੜਾ ਪਿਛਲੇ 5 ਸਾਲਾਂ ਤੋਂ ਜਾਂ ਪਿਛਲੇ
ਪਿਛਲੇ ਇੰਨੇ ਸਾਲਾਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਸਿਰਫ ਝੂਠੇ ਵਾਅਦੇ ਕਰਕੇ ਆਏ ਸੀ ਤੇ ਝੂਠੀ ਗੱਲਾਂ ਉਹਨਾਂ ਦੀ ਸਾਹਮਣੇ ਆਈ, ਲੇਕਿਨ ਕਿਤੇ ਨਾ ਕਿਤੇ ਅੰਤਰ ਕਲਾ ਜੇਕਰ ਇੰਟਰ ਡਿਸਪਿਊਟ ਜਿਸਨੂੰ ਕਿਹਾ ਜਾਂਦਾ ਹੈ, ਪਾਰਟੀ ਦੇ ਅੰਦਰ ਇੰਟਰ ਡਿਸਪਿਊਟ ਤੇ ਇੱਕ ਕਮਿਊਨੀਕੇਸ਼ਨ ਗੈਪ ਦੀ ਇਹ ਚੀਜ਼ਾਂ ਬਹੁਤ ਜ਼ਿਆਦਾ ਸਾਹਮਣੇ ਆਈ ਹੈ। ਖੈਰ ਇਹ ਸਾਰੀ ਚੀਜ਼ਾਂ ਜਿਹੜੀ ਚੱਲਦੀ रहेंगी, ਲੇਕਿਨ ਕਿਤੇ ਨਾ ਕਿਤੇ ਜਿਹੜੀ ਇੱਕ ਭਾਰਤ ਜੋੜੋ ਯਾਤਰਾ ਇਸ ਦੇ ਤਹਿਤ ਇੱਕ ਵਾਰ ਫਿਰ ਤੋਂ ਜਿਹੜੀ ਹੈ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਸਾਰੇ ਸੂਬਿਆਂ ਦੇ ਵਿੱਚ ਜਾ ਕੇ, ਦੇਸ਼ ਦੇ ਵਿੱਚ ਜਾ ਕੇ ਆਪਣੀ ਇੱਕ ਜਿਹੜੀ ਛਵੀ ਹੈ, ਜਿਹੜੀ ਕਿ ਪਹਿਲੇ ਲੋਕੀ ਵਿਸ਼ਵਾਸ ਕਰਦੇ ਸੀ ਕਿ ਕਾਂਗਰਸ ਆਏਗੀ ਤੇ ਕਾਂਗਰਸ ਨੂੰ ਹੀ ਸੱਤਾ ਦੇ ਵਿੱਚ ਲੈ ਕੇ ਆਣਾ ਹੈ, ਬਾਕੀ ਜਿਹੜੀ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਸੀ ਉਹਨਾਂ ਨੇ। ਆਪਸ਼ਨ ਉਹਨਾਂ ਦੇ ਕੋਲ ਚਾਹੇ ਹੁੰਦੇ ਵੀ ਸੀਗੇ, ਬਟ ਲੋਕ ਜਿਹੜੇ ਸੀਗੇ ਉਹ ਕਾਂਗਰਸ ਦੇ ਨਾਲ ਜੁੜਨਾ ਪਸੰਦ ਕਰਦੇ ਸੀ, ਵਿਸ਼ਵਾਸ ਸੀਗਾ। ਲੇਕਿਨ ਹੌਲੀ ਹੌਲੀ ਜਿਹੜਾ ਵਿਸ਼ਵਾਸ ਉਹ ਘਟਦਾ ਗਿਆ, ਕੁਝ ਨੀਤੀਆਂ ਅਜਿਹੀਆਂ ਹੋਈਆਂ, ਕੁਝ ਲੀਡਰਸ ਅਜਿਹੇ ਸਾਹਮਣੇ ਆਏ, ਲੇਕਿਨ ਇੱਕ ਸਟਰੋਂਗ ਨੇਤृत्व ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਕਹੀਏ ਜਿਹਨੂੰ ਸਟਰੋਂਗ ਲੀਡਰ ਹੋਣਾ ਬੇहद ਜ਼ਰੂਰੀ ਹੈ। ਤੁਸੀਂ ਲੀਡਰ ਕਿਸ ਨੂੰ ਵੀ ਮੰਨ ਸਕਦੇ ਹੋ, ਲੇਕਿਨ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਇਸਤੀਫਿਆਂ ਦਾ ਦੌਰ ਜਾਰੀ ਰਹੇ ਉਸ ਵਿੱਚ ਇਹ ਜ਼ਰੂਰ ਕਿਹਾ ਗਿਆ ਸੀ ਕਿ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜਾ ਇੱਕ ਕਮਿਊਨੀਕੇਸ਼ਨ ਗੈਪ ਹੈ, ਚਾਹੇ ਉਹ G20 ਦਾ ਹੋਵੇ, G23 ਦਾ ਹੋਵੇ, ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਸੁਣਵਾਈ ਨਹੀਂ ਹੋ ਪਾਉਂਦੀ ਹੈ, ਇੱਕ ਜਿਹੜੀ ਗੈਪ ਹੈ ਉਹ ਜ਼ਰੂਰ ਰਹਿੰਦਾ ਹੈ। ਤੇ ਇਹੀ ਹਾਲ ਪੰਜਾਬ ਕਾਂਗਰਸ ਦੇ ਵਿੱਚ ਵੀ ਰਿਹਾ। ਕੈਪਟਨ ਅਮਰਿੰਦਰ ਸਿੰਘ ਤੋਂ ਉਹ ਜਦ ਉਹਨਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ, ਉਸ ਦੇ ਬਾਵਜੂਦ ਵੀ ਜਿਹੜਾ ਹੈ ਇੱਦਾਂ ਲੱਗ ਰਿਹਾ ਸੀ ਕਿ ਜਿਹੜਾ ਘਮਾਸਾਨ ਹੈ ਉਹ ਘੱਟ ਹੋ ਜਾਏਗਾ, ਲੇਕਿਨ ਅਜਿਹਾ ਨਹੀਂ ਹੋਇਆ। ਉਸ ਦੇ ਬਾਵਜੂਦ ਵੀ ਜਿਹੜਾ ਹੈ ਸਾਰਾ ਕੁਝ ਇੱਦਾਂ ਹੀ ਚੱਲਦਾ ਰਿਹਾ। ਲੇਕਿਨ ਇਹ ਵੀ ਜਿਹੜਾ ਹੈ ਦੱਸ ਦਿੰਦੇ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਲਗਾਤਾਰ ਜਿਹੜਾ ਹੈ ਕੋਸ਼ਿਸ਼ਾਂ ਜ਼ਰੂਰ ਕੀਤੀ ਅਮਰਿੰਦਰ ਰਾਜਾ ਵੜਿੰਗ ਨੇ ਸਾਰਿਆਂ ਨੂੰ ਇਕੱਠਾ ਕਰਨ ਦੀ। ਤੇ ਇਸ ਪੂਰੇ ਮੁੱਦੇ ਉੱਤੇ ਕਾਂਗਰਸ ਦੇ ਸਪੋਕਸਪਰਸਨ ਨੇ ਟੀਨਾ ਚੌਧਰੀ ਜੀ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮੈਮ, ਦੇਸ਼ ਦੇ ਵਿੱਚ ਇੱਕ ਪਾਸੇ ਜਿੱਥੇ ਭਾਰਤ ਜੋੜੋ ਯਾਤਰਾ ਚੱਲ ਰਹੀ ਹੈ, ਲੋਕਾਂ ਨੂੰ ਇੱਕ ਵਾਰੀ ਅਸੀਂ ਵਿਜ਼ੂਅਲਸ ਵੀ ਦੇਖ ਰਹੇ ਹਾਂ, ਰਾਹੁਲ ਗਾਂਧੀ ਲਗਾਤਾਰ ਜਿਹੜੇ ਹੈ ਕੇਰਲ ਦੇ ਵਿੱਚ ਗਏ ਨੇ, 4 ਦਿਨਾਂ ਤੋਂ ਇਹ ਯਾਤਰਾ ਚੱਲ ਰਹੀ ਹੈ ਤੇ ਕਾਫੀ ਜ਼ਿਆਦਾ ਇੰਥੂਸੀਆਜ਼ਮ ਇੱਕ ਨਜ਼ਰ ਆ ਰਿਹਾ ਹੈ। ਲੇਕਿਨ ਕਿਤੇ ਨਾ ਕਿਤੇ ਭਾਰਤ ਨੂੰ ਜੋੜਨ ਦੀ ਬਜਾਏ ਕਾਂਗਰਸ ਦੇ ਜਿਹੜੇ ਲੀਡਰਸ ਹੈ, ਕਿਉਂਕਿ ਇੱਕ ਦਿਨ ਪਹਿਲਾਂ ਹੀ ਅਸਾਮ ਦੇ ਵਿੱਚ ਵੀ ਜਿਹੜਾ ਹੈ ਇੱਕ ਅਸਤੀਫਾ ਦਿੱਤਾ ਗਿਆ, ਜਿਹੜੇ ਇੱਕ ਇਸ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਸੀਗੀ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ। ਇਸ ਕਰਕੇ ਕਿਤੇ ਨਾ ਕਿਤੇ ਇੱਕ ਮੋਰਲ ਡਾਊਨ ਨਹੀਂ ਹੋ ਜਾਂਦਾ, ਜਿਹੜੇ ਵਰਕਰਸ ਨੇ ਜਿਹੜੇ ਕਾਂਗਰਸ ਨਾਲ ਜੁੜੇ ਨੇ, ਜਿਹੜੇ ਕਿ ਹੁਣ ਕਾਂਗਰਸ ਨੂੰ ਇੱਕ ਵਿਕਲਪ ਦੇ ਤੌਰ ਤੇ ਦੇਖਣਾ ਚਾਹੁੰਦੇ ਪਰ ਉਹ ਨਹੀਂ ਦੇਖ ਪਾਉਂਦੇ ਕਿਉਂਕਿ ਇਹ ਸਾਰੇ ਸਰਕਮਸਟੈਂਸਸ ਉਹਨਾਂ ਦੇ ਸਾਹਮਣੇ ਆ ਰਹੇ ਹਨ। ਬਿਲਕੁਲ ਠੀਕ ਹੈ, ਅਗਰ ਕੋਈ ਸਾਡੇ ਪਾਰਟੀ ਦਾ ਕੋਈ ਅੱਛਾ ਵਰਕਰ ਨੂੰ ਪਾਰਟੀ ਨੂੰ ਛੱਡ ਕੇ ਜਾਂਦਾ ਹੈ, ਠੀਕ ਹੈ, ਬਿਲਕੁਲ ਸਹੀ ਗੱਲ ਹੈ, ਵਰਕਰਸ ਦਾ ਮਨੋਬਲ ਥੋੜਾ ਜਿਹਾ ਜ਼ਰੂਰ ਡੋਲਦਾ, ਬਟ ਫॉर ਅ ਟਾਈਮਿੰਗ ਅਗਰ ਦੇਖਿਆ ਜਾਏ, ਅਗਰ ਐਸੇ ਸੀਨੀਅਰ ਲੀਡਰਸ ਜਿਹੜੇ ਹੈਗੇ ਜਿਹੜੇ ਪਾਰਟੀ ਦੇ ਟਾਈਮ ਤੇ ਇੰਨੀਆਂ ਜ਼ਿਆਦਾ ਜਿਨ੍ਹਾਂ ਨੂੰ ਉਹਨਾਂ ਨੇ ਚਾਹੇ ਉਹਨਾਂ ਦੀ ਪੀੜ੍ਹੀਆਂ ਤੱਕ ਨੂੰ ਉਹਨਾਂ ਨੇ ਸਪੋਰਟ ਕੀਤਾ ਹੋਏ, ਕੋਈ ਡੈਜ਼ਿਗਨੇਸ਼ਨ ਦੇਣ ਦੇ ਵਿੱਚ ਕੋਈ ਕਮੀ ਨਾ ਛੱਡੀ ਹੋਈ ਜਾਂ ਕੋਈ ਮਾਨ ਸਨਮਾਨ ਦੇਣ ਦੇ ਵਿੱਚ ਕੋਈ ਕਮੀ ਨਾ ਛੱਡੀ ਹੋਏ, ਫਿਰ ਵੀ ਐਸੇ ਸੀਨੀਅਰ ਲੀਡਰ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਨੇ ਜਿਸ ਵੇਲੇ ਪਾਰਟੀ ਨੂੰ ਐਸੇ ਵਰਕਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਔਰ ਔਖੇ ਟਾਈਮ ਤੇ ਐਸੇ ਵਰਕਰ ਜਦੋਂ ਛੱਡ ਕੇ ਜਾਂਦੇ ਨੇ ਤਾਂ ਸ਼ਾਇਦ ਆਈ ਥਿੰਕ ਉਹ ਆਪਣੇ ਜਿਹੜੀਆਂ ਮੈਂਟਲ ਦੀ ਜਿਹੜੀ ਹੈਲਥ ਜਿਹੜੀ ਉਹਨਾਂ ਦੀ ਵੈਲਿਊ ਹੈਗੀ ਹੈ, ਜਾਂ ਫਿਰ ਉਹਨਾਂ ਦੀ ਕਹਿ ਲਈਏ ਕਿ ਪ੍ਰੈਜ਼ੈਂਟੇਬਿਲਿਟੀ ਜਿਹੜੀ ਹੁੰਦੀ ਹੈ ਉਹ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਔਰ ਇੱਥੋਂ ਪਤਾ ਲੱਗਦਾ ਕਿ ਲੀਡਰਸ਼ਿਪ ਕੁਆਲਿਟੀ, ਇੰਟੈਗ੍ਰਿਟੀ ਕਿਸ ਬੰਦੇ 'ਚ ਕਿੰਨੀ ਜ਼ਿਆਦਾ ਹੈਗੀ ਹੈ। ਸੋ ਆਈ ਥਿੰਕ ਇਟਸ ਅ ਗੁੱਡ ਸਾਈਨ ਫॉर ਅਸ ਆਲਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੇ ਲੋਕ ਮੌਕੇ ਤੇ ਧੋਖਾ ਦੇਣ ਦੀ ਬਜਾਏ ਸਾਨੂੰ ਪਹਿਲੇ ਅਗਰ ਪਾਰਟੀ ਨੂੰ ਅਲਵਿਦਾ ਕਹਿ ਦੇਣ ਤੇ ਬਹੁਤ ਅੱਛੀ ਗੱਲ ਹੈ। ਕੋਈ ਗੱਲ ਨਹੀਂ, ਇੱਕ ਜਾਂਦਾ ਹੈ ਦੂਸਰਾ ਆਉਂਦਾ, ਪਾਰਟੀ ਦੇ ਵਿੱਚ ਇਸ ਤਰ੍ਹਾਂ ਚੱਲਦਾ ਵੀ ਰਹਿੰਦਾ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਔਰ ਰਹੀ ਗੱਲ ਪਾਰਟੀ ਦੇ ਵਿੱਚ ਮਹਿਲਾ ਜੀ ਜਿਹੜੇ ਸਾਡੇ ਪੰਜਾਬ ਦੇ ਮਹਿਲਾ ਵਿੰਗ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਸ਼ਾਇਦ ਆਈ ਥਿੰਕ ਕੋਈ ਪਰਸਨਲ ਰੀਜ਼ਨ ਦਿੱਤਾ ਹੈਗਾ ਕੋਈ ਫੈਮਿਲੀ ਦਾ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਸ਼ੀ ਵਿਲ ਬੀ ਆਲਵੇਜ਼ ਲਾਇਲ ਟੂ ਦ ਪਾਰਟੀ ਐਂਡ ਵੈਨਐਵਰ ਸ਼ੀ ਫੀਲ ਸ਼ੀ ਵਿਲ ਕਮ ਬੈਕ ਅਗੇਨ ਆਲਸੋ। ਸੋ ਇਦਾਂ ਦੀ ਗੱਲ ਲਿਖ ਕੇ ਉਹਨਾਂ ਨੇ ਸਾਡੀ ਪਾਰਟੀ ਨੂੰ ਜਿਹੜਾ ਹੈਗਾ ਉਹਨਾਂ ਨੇ ਅਲਵਿਦਾ ਕਿਹਾ। ਠੀਕ ਹੈ, ਕੋਈ ਗੱਲ ਨਹੀਂ ਹੈ, ਬਟ ਵੀ ਆਰ ਹੇਅਰ। ਕਈ ਸਾਰੇ ਐਸੇ ਵਰਕਰਸ ਅੱਜ ਵੀ ਇੱਥੇ ਖੜੇ ਨੇ ਹਰ ਹਲਕੇ 'ਚ, ਹਰ ਡਿਸਟ੍ਰਿਕਟ ਦੇ ਵਿੱਚ ਵੀ, ਜਿਹੜੇ ਕਿ ਅੱਜ ਵੀ ਪਾਰਟੀ ਦੀ ਜੜ ਦੇ ਨਾਲ ਜੁੜ ਕੇ ਬੈਠੇ ਨੇ। ਔਰ ਜਿੱਥੇ ਜਿੱਥੇ ਪਾਰਟੀਆਂ ਕੋਲੋਂ ਕੋਈ ਮਿਸਟੇਕਸ ਹੋਈਆਂ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿੱਥੇ ਅਸੀਂ ਖੜੇ ਆ ਅੱਜ ਦੇ ਟਾਈਮ ਦੇ ਵਿੱਚ, ਸ਼ਾਇਦ ਉਹ ਅਸੀਂ ਭੁਗਤੇ ਵੀ ਹੈਗੇ ਆ, ਚਾਹੇ ਉਹ ਕੈਪਟਨ ਅਮਰਿੰਦਰ ਜੀ ਹੋਣ ਜਾਂ ਕੋਈ ਹੋਰ ਵਰਕਰ ਹੋਣ ਜਿਨ੍ਹਾਂ ਨੇ ਸਾਡੇ ਨਾਲ, ਜਾਂ ਜਾਖੜ ਜੀ ਜਿਹੜੇ ਔਖੇ ਟਾਈਮ ਤੇ ਸਾਨੂੰ ਇਸ ਤਰੀਕੇ ਦੇ ਨਾਲ ਕਰਕੇ ਗਏ ਨੇ ਔਰ ਕੁਝ ਮਿਸਟੇਕਸ ਕਰਕੇ ਸ਼ਾਇਦ 78 ਸੀਟ ਤੋਂ ਜਗ੍ਹਾ ਅਸੀਂ 18 ਸੀਟ ਤੇ ਆ ਕੇ ਖੜੇ ਹੋਏ ਆ। ਬਟ ਯੈਸ, ਵੀ ਵਿਲ ਕਮ ਬੈਕ ਅਗੇਨ। ਕੋਈ ਗੱਲ ਨਹੀਂ, ਲੋਕਾਂ ਨੇ ਨਵਾਂ ਬਦਲਾਵ ਚਾਹਿਆ ਪੰਜਾਬ ਦੇ ਵਿੱਚ ਔਰ ਉਹ ਆ ਕੇ ਰਹੇਗਾ। ਸੋ ਔਰ ਆਇਆ ਵੀ ਹੈਗਾ। ਔਰ ਆਈ ਥਿੰਕ ਬਦਲਾਵ ਦੇਖ ਕੇ ਲੋਕ ਸਮਝ ਵੀ ਚੁੱਕੇ ਨੇ
ਕਿ ਸ਼ਾਇਦ ਉਹਨਾਂ ਨੇ ਗਲਤ ਕਿਸੇ ਪਾਰਟੀ ਨੂੰ ਉਹਨਾਂ ਨੇ ਕਮਾਨ ਪਕੜਾਈ ਹੈ, ਜਿਹਦੇ ਵਿੱਚ ਹਰ ਜਗ੍ਹਾ ਦੇ ਵਿੱਚ ਚਾਹੇ ਐਡਮਿਨਿਸਟ੍ਰੇਸ਼ਨ ਹੋਏ, ਕੋਈ ਵੀ ਚੀਜ਼ ਹੋਏ, ਉੱਥੇ ਨਾਕਾਮ ਹੁੰਦੇ ਹੋਏ ਨਜ਼ਰ ਆ ਰਹੀ ਹੈ। ਅੱਜ ਤੱਕ ਕੋਈ ਵੀ ਐਸਾ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੇ ਕੁਝ ਅੱਛਾ ਕਰਕੇ ਦਿਖਾਇਆ ਹੋਏ ਜਾਂ ਲੱਗਿਆ ਹੋਇਆ ਕਿ ਲੋਕਾਂ ਤੱਕ ਕੋਈ ਇੰਪਲੀਮੈਂਟੇਸ਼ਨ ਪਹੁੰਚਿਆ ਹੋਣ। ਸੋ ਬੜੇ ਘੱਟ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਸੋ ਹੋਪਫੁਲੀ ਜਿਸ ਤਰ੍ਹਾਂ ਦੇ ਨਾਲ ਸਾਡੀ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਭਾਰਤ ਜੋੜੋ ਯਾਤਰਾ ਨੂੰ ਇਨੀਸ਼ੀਏਟ ਕਰ ਚੁੱਕੀ ਹੈ, ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਰਾਹੁਲ ਗਾਂਧੀ ਜੀ ਇਹ ਪੂਰਾ ਕਰਨਗੇ ਸਫ਼ਰ, ਔਰ ਉਹਦੇ ਵਿੱਚ ਪੂਰੀ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਉਹਦੇ ਵਿੱਚ ਪਾਰਟਿਸਿਪੇਟ ਕਰੀ। ਸੋ ਹੋਪਫੁਲੀ ਬਹੁਤ ਅੱਛੇ ਰਿਜ਼ਲਟਸ ਆਉਣ ਵਾਲੇ ਟਾਈਮ 'ਚ ਸਾਨੂੰ ਦੇਖਣ ਨੂੰ ਮਿਲੇ। ਮੈਮ ਦੂਜੇ ਪਾਸੇ ਗੱਲ ਕੀਤੀ ਜਾਏ ਪੰਜਾਬ ਦੇ ਵਿੱਚ ਜਿਹੜੇ ਵਿਜੀਲੈਂਸ ਦੀ ਰਡਾਰ ਤੇ ਕਈ ਮਿਨਿਸਟਰਸ ਨੇ, ਤੁਸੀਂ ਵੀ ਦੇਖ ਰਹੇ ਹੋ ਕਿ ਕਾਰਵਾਈਆਂ ਲਗਾਤਾਰ ਹੋ ਰਹੀਆਂ ਤੇ ਇੱਕ ਪਾਸੇ ਪਾਰਟੀ ਦੇ ਜਿਹੜੇ ਵਰਕਰਸ ਨੇ ਜਾਂ ਫਿਰ ਜਿਹੜੇ ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਨੇ ਜਾਂ ਸਮੁੱਚੀ ਲੀਡਰਸ਼ਿਪ ਹੈ ਉਹ ਵਾਜਿਬ ਹੈ ਕਿ ਉਹ ਸਾਥ ਦੇਣਗੇ, ਇੱਕ ਵਾਰੀ ਉਹਨਾਂ ਦੇ ਨਾਲ ਜ਼ਰੂਰ ਜਾਣਗੇ ਉੱਥੇ। ਲੇਕਿਨ ਸੁਖਪਾਲ ਸਿੰਘ ਖਹਿਰਾ ਨੇ ਇੱਕ ਸਵਾਲ ਚੁੱਕਿਆ ਕਿ ਉਹ ਚੀਜ਼ਾਂ ਉੱਥੇ ਜਿਹੜਾ ਟਾਈਮ ਵੇਸਟ ਨਾ ਕਰਨ, ਪੰਜਾਬ ਦੇ ਹੋਰ ਮੁੱਦੇ ਉਹ ਚੁੱਕੇ ਜਾਣ। ਇਹ ਪਾਰਟੀ ਪਲੇਟਫਾਰਮ ਤੇ, ਬਲਕਿ ਤੁਹਾਨੂੰ ਯਾਦ ਹੋਏਗਾ ਜਦ ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਬਣੇ ਸੀ ਉਹਨਾਂ ਨੇ ਕਿਹਾ ਸੀ ਕਿ ਡਾਇਲੌਗ ਜਿਹੜਾ ਹੈ ਉਹ ਫੇਸ ਟੂ ਫੇਸ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਟਵੀਟ ਦੇ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਦੇ ਰਾਹੀਂ ਇੱਕ ਦੂਸਰੇ ਦੇ ਜਿਹੜੀ ਗੱਲ ਕਹਿਣੀ ਹੈ ਉਹ ਸਪਸ਼ਟ ਤੌਰ ਤੇ ਨਾ ਕਹੋ, ਬਲਕਿ ਉਹ ਸਿਰਫ ਇੰਟਰਨਲੀ ਤੁਸੀਂ ਆ ਕੇ ਕਹਿ ਸਕਦੇ ਹੋ। ਤੇ ਇਸ ਜਿਹੜੇ ਉਹਨਾਂ ਦੇ 3D ਸੀਗੇ ਉਹਦਾ ਜਿਹੜਾ ਤੁਹਾਨੂੰ ਨਹੀਂ ਲੱਗਦਾ ਕਿ ਉਸਦਾ ਉਹਨਾਂ ਨੇ ਉਲੰਘਣ ਕੀਤਾ ਕਿਸੇ ਤਰੀਕੇ ਦੇ ਨਾਲ? ਬਿਲਕੁਲ ਠੀਕ ਗੱਲ ਹੈ। ਪਾਰਟੀ ਪ੍ਰੋਟੋਕੋਲ ਦੇ ਅਕੋਰਡਿੰਗਲੀ ਹੀ ਹਰ ਕਿਸੇ ਵਰਕਰ ਨੂੰ ਚੱਲਣਾ ਚਾਹੀਦਾ। ਸੋ ਆਈ ਥਿੰਕ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਇੰਟੀਮੇਸ਼ਨ ਵੀ ਮਿਲ ਚੁੱਕੀ ਹੈ। ਕਾਈਂਡਲੀ ਇਸ ਚੀਜ਼ ਦਾ ਆਨਸਰ ਦਿੱਤਾ ਜਾਵੇ। ਅਗਰ ਕੋਈ ਨਿੱਜੀ ਗੱਲ ਸੀਗੀ ਜਾਂ ਤੁਸੀਂ ਕੁਝ ਸੁਜੈਸ਼ਨ ਦੇਣਾ ਚਾਹੁੰਦੇ ਸੀਗੇ ਤਾਂ ਤੁਸੀਂ ਪਰਸਨਲੀ ਬੇਸਿਸ ਤੇ ਕਿਉਂ ਨਹੀਂ ਦਿੱਤਾ ਗਿਆ? ਔਰ ਆਈ ਥਿੰਕ ਵੀ ਆਰ ਵੇਟਿੰਗ ਫॉर ਹਿਸ ਰਿਸਪੌਂਸ ਆਲਸੋ ਕਿ ਕੀ ਰਿਸਪੌਂਸ ਦਿੰਦੇ ਨੇ, ਕੀ ਵਜ੍ਹਾ ਰਹੀ ਕਿ ਉਹਨਾਂ ਨੇ ਮੀਡੀਆ ਦੇ ਉੱਤੇ ਇਹ ਗੱਲ ਰੱਖਣ ਦੀ ਜਾਂ ਫਿਰ ਟਵਿੱਟਰ ਦੇ ਉੱਤੇ ਉਹਨਾਂ ਨੇ ਇਹ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। So I think party is more, high command is more responsible on this. ਉਹ ਜ਼ਿਆਦਾ ਇਹਨਾਂ ਬੇਸਿਸ ਦੇ ਉੱਤੇ ਉਹ ਚੰਗੇ ਢੰਗ ਨਾਲ ਕੰਮ ਕਰ ਰਹੇ ਨੇ। ਰਾਜਾ ਵੜਿੰਗ ਜੀ ਨੇ ਵੀ ਜਵਾਬ ਦੇ ਦਿੱਤਾ ਸੀਗਾ ਉਹਨਾਂ ਦੀ ਇਸ ਗੱਲ ਦਾ ਕਿ ਅਗਰ ਕੋਈ ਸਲਾਹ ਦੇਣੀ ਵੀ ਹੋਏ ਤੇ ਮੰਗੀ ਹੋਏ ਸਲਾਹ ਤੇ ਹੀ ਸਲਾਹ ਦਿੱਤੀ ਜਾਂਦੀ ਹੈ। ਅਗਰ ਕੋਈ ਪਰਸਨਲ ਚੀਜ਼ ਸੀਗੀ ਸੋ ਆਈ ਥਿੰਕ ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਪਰਸਨਲ ਬੇਸਿਸ ਤੇ ਜ਼ਰੂਰ ਹੋਣਾ ਚਾਹੀਦਾ। ਸੋ ਹਾਈ ਕਮਾਂਡ ਇਹ ਟੇਕ ਕੇਅਰ ਕਰੇਗੀ ਔਰ ਦੇਖਿਆ ਜਾਏਗਾ ਕਿ ਕੀ ਉਹ ਇਨੀਸ਼ੀਏਟਿਵ ਲੈਂਦੇ ਜਾਂ ਕੀ ਉਹਨਾਂ ਨੂੰ ਰਿਸਟ੍ਰਿਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਜਾਏਗੀ। ਲਗਾਤਾਰ ਅਸੀਂ ਦੇਖ ਰਹੇ ਕਾਂਗਰਸ ਦੇ ਵਿੱਚ ਬਦਲਾਵ ਹੋ ਰਿਹਾ ਹੈ, ਚਾਹੇ ਉਹ ਬਾਕੀ ਸੂਬਿਆਂ ਦੀ ਗੱਲ ਕਰ ਲਈਏ। ਸੀਨੀਅਰ ਲੀਡਰਸ ਕਈ ਜਿਹੜੇ ਆ ਪਾਰਟੀ ਛੱਡ ਕੇ ਚਲੇ ਗਏ। ਪਿਛਲੇ ਦਿਨ ਤੁਸੀਂ ਵੀ ਦੇਖਿਆ ਹੋਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਈ ਲੀਡਰ ਜਿਹੜੇ ਹੈ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ, ਕਈ ਬੀਜੇਪੀ ਦੇ ਵਿੱਚ ਚਲੇ ਗਏ, ਕਈ ਉਹਨਾਂ ਨੂੰ ਕਿਹਾ ਗਿਆ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਹੈ ਕਿ ਕੇਸਿਸ ਉਹਨਾਂ ਦੇ ਖੁੱਲ ਜਾਣਗੇ, ਇਸ ਕਰਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ, ਕਈ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ। ਹੁਣ ਜਿਹੜੇ ਮੈਮ ਆਮ ਵਰਕਰਸ ਨੇ ਜਿਹੜੇ ਕਿ ਪਾਰਟੀ ਦੇ ਨਾਲ ਦਿਲੋਂ ਜੁੜੇ ਹੁੰਦੇ, ਜਿਹੜੇ ਕੰਮ ਕਰਦੇ ਗਰਾਊਂਡ ਤੇ, ਉਹਨਾਂ ਦਾ ਐਂਥੂਸੀਆਜ਼ਮ ਬਣਾਉਣ ਦੇ ਲਈ ਕੀ ਕੁਝ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ? ਕਿਉਂਕਿ ਮੁੱਖ ਵਿਰੋਧੀ ਧਿਰ ਪੰਜਾਬ ਦੇ ਵਿੱਚ ਫਿਲਹਾਲ ਕਾਂਗਰਸ ਹੀ ਹੈ ਤੇ ਲੋਕੀ ਐਕਸਪੈਕਟ ਵੀ ਕਰਦੇ ਆ। ਤੁਸੀਂ ਕਿਹਾ ਬਦਲਾਵ ਆਇਆ, ਅਸੀਂ ਸਾਰੇ ਦੇਖ ਰਹੇ ਬਦਲਾਵ, ਲੇਕਿਨ ਜਦ ਤੱਕ ਇੱਕ ਵਿਰੋਧੀ ਧਿਰ ਨਹੀਂ ਹੋਏਗਾ, ਇੱਕ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਹੋਏਗਾ ਤੇ ਲੋਕਾਂ ਨੂੰ ਵੀ ਇਹ ਲੱਗਦਾ ਹੈ ਕਿ ਸਰਕਾਰ ਸਿਰਫ ਆਪਣੀ ਕਰ ਰਹੀ ਹੈ, ਵਿਰੋਧੀਆਂ ਦੀ ਨਹੀਂ ਸੁਣ ਰਹੀ ਹੈ। ਦੇਖੋ, ਅਸੀਂ ਐਜ਼ ਅ ਬੀਇੰਗ ਆਪੋਜੀਸ਼ਨ ਹੋਣ ਦੇ ਨਾਤੇ ਅਸੀਂ ਸਾਰੀ ਆਪਣੀ ਰਿਸਪੌਂਸਿਬਿਲਿਟੀਜ਼ ਪਲੇ ਕਰ ਰਹੇ ਹਾਂ। ਔਰ ਚਾਹੇ ਉਹਦੇ ਵਿੱਚ ਸਾਡੇ ਰਾਜਾ ਵੜਿੰਗ ਜੀ ਹੋਣ ਜਾਂ ਫਿਰ ਸਾਡੇ ਓਪੋਜੀਸ਼ਨ ਲੀਡਰ ਪ੍ਰਤਾਪ ਬਾਜਵਾ ਜੀ ਹੋਣ, ਸੁਖਪਾਲ ਖਹਿਰਾ ਜੀ ਹੋਣ, ਸੁਖਜਿੰਦਰ ਰੰਧਾਵਾ ਜੀ ਹੋਣ, ਔਰ ਹਰ ਕੋਈ ਆਪਣਾ ਰੋਲ ਪਲੇ ਕਰ ਰਿਹਾ ਬੀਇੰਗ ਆਪੋਜੀਸ਼ਨ। ਕੋਈ ਐਸਾ ਮੁੱਦਾ ਨਹੀਂ ਹੈ ਜਿਹਦੇ ਵਿੱਚ ਅਸੀਂ ਆਪਣੀ ਵੌਇਸ ਰੇਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਿਤੇ ਆ ਕੇ ਅਸੀਂ ਆਪਣੇ ਬੈਠ ਕੇ ਧਰਨਾ ਲਗਾਉਣ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਹਰ ਪੰਜਾਬ ਦੇ ਹੱਕ ਦੀ ਲੜਾਈ ਲੜਨ ਵਾਸਤੇ ਸਾਡੀ ਕਾਂਗਰਸ ਪਾਰਟੀ ਬੀਇੰਗ ਆਪੋਜੀਸ਼ਨ ਹਮੇਸ਼ਾ ਅੱਗੇ ਰਹੇਗੀ ਔਰ ਹਮੇਸ਼ਾ ਤਿਆਰ ਵੀ ਰਹੇਗੀ। ਸੋ ਨਾਓ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਬਣ ਰਹੇ ਨੇ ਉਹਦੇ ਵਿੱਚ ਦੇਖਿਆ ਜਾਏ ਤੇ ਨੋ ਡਾਊਟ ਜਿਸ ਤਰ੍ਹਾਂ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੇ ਹਰ ਪੰਜਾਬ ਦੇ ਹਰ ਹਲਕੇ ਦੇ ਵਿੱਚ ਇੰਡੀਵਿਜੂਅਲੀ ਜਾ ਕੇ ਹਰ ਕਿਸੇ ਵਰਕਰ ਦੇ ਨਾਲ ਮੀਟ ਕਰ ਰਹੇ ਨੇ ਤਾਂ ਕਿ ਕਿਸੇ ਦਾ ਮਨੋਬਲ ਡੋਲੇ ਨਾ, ਜਾਂ ਫਿਰ ਅਗਰ ਕੋਈ ਪਾਰਟੀ ਦੇ ਵਿੱਚ ਕੋਈ ਲੀਡਰ ਸਾਨੂੰ ਛੱਡ ਕੇ ਜਾ ਵੀ ਰਿਹਾ ਤਾਂ ਦੇयर इज नो ਡੀਲ। ਮੈਂ ਪਹਿਲੇ ਵੀ ਕਹਿ ਚੁੱਕੀ ਹਾਂ, ਪਾਰਟੀਆਂ ਦੇ ਵਿੱਚ ਮਾਹੌਲ ਬਣਦਾ, ਐਕਸਪੈਕਟੇਸ਼ਨਸ ਲੋਕਾਂ ਦੀਆਂ ਵੱਧਦੀਆਂ ਨੇ ਔਰ ਉਹ ਸੋਚਦੇ ਨੇ ਕਿ ਠੀਕ ਹੈ, ਅਗਰ ਉਹਨਾਂ ਨੇ ਕੁਝ ਫਾਲਟਸ ਜਾਂ ਕੁਝ ਗਲਤੀਆਂ ਕੀਤੀਆਂ ਨੇ ਉਹ ਆਪਣੀ ਗਲਤੀਆਂ ਨੂੰ ਛੁਪਾਉਣ ਵਾਸਤੇ ਉਹ ਦੂਸਰੀਆਂ ਪਾਰਟੀਆਂ 'ਚ ਸਵਿਚ ਔਨ ਕਰਦੇ ਨੇ। ਸੋ ਬੜੀ ਵੱਡੀ ਐਗਜ਼ਾਮਪਲ ਹੈ ਬੀਜੇਪੀ ਦੇ ਵਿੱਚ ਕਈ ਐਸੇ ਲੀਡਰਸ ਨੇ ਜਿਹੜੇ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਪਰ ਕਾਂਗਰਸ ਦੇ ਲੀਡਰਸ ਦੇ ਉੱਤੇ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੋਏ। ਜਿਹੜੇ ਸਾਡੇ ਦੇਸ਼ ਦੇ ਜਾਂ ਸਾਡੇ ਪੰਜਾਬ ਦੇ ਜਿਹੜੇ ਚੀਫ ਮਿਨਿਸਟਰ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਕੈਪਟਨ ਅਮਰਿੰਦਰ ਸਿੰਘ ਜੀ,
ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਜੋ ਕੰਮ ਕੀਤੇ, ਜੋ ਗਲਤੀਆਂ ਕੀਤੀਆਂ, ਜੋ ਮਿਸਟੇਕਸ ਉਹਨਾਂ ਕੋਲ ਹੋਈਆਂ ਹੋਣਗੀਆਂ, ਅੱਜ ਆਮ ਆਦਮੀ ਪਾਰਟੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਜਾਂ ਬੀਜੇਪੀ ਕੋਈ ਕਾਰਵਾਈ ਨਹੀਂ ਕਰ ਰਹੀ। ਹਾਂ, ਇਟ ਇਜ਼ ਅ ਗੁੱਡ ਸਾਈਨ ਫॉर ਅਸ ਆਲਸੋ, ਬਹੁਤ ਅੱਛੀ ਗੱਲ ਹੈ, ਸਾਡੇ ਲਈ ਅੱਛਾ ਸਾਈਨ ਹੈਗਾ ਕਿ ਅਗਰ ਸਾਡੀ ਪਾਰਟੀ ਦੇ ਵਿੱਚ ਐਸੇ ਕਰਪਟ ਲੋਕ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਔਰ ਉਹ ਦੂਸਰੀਆਂ ਪਾਰਟੀਆਂ 'ਚ ਜਾ ਰਹੇ ਨੇ, ਤਾਂ ਸਾਡੇ ਲਈ ਅੱਛੀ ਗੱਲ ਹੈ ਕਿ ਸਾਡੇ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ 70% ਲੋਕ ਉਹ ਕਾਂਗਰਸ ਦੇ ਲੀਡਰਸ ਨੂੰ ਉਹਨਾਂ ਨੇ ਹਾਇਰ ਕੀਤਾ ਔਰ ਅੱਜ ਡੇਲੀ ਬੇਸਿਸ ਤੇ ਨਿਤ ਨਵਾਂ ਕੋਈ ਐਮਐਲਏ, ਕੋਈ ਐਕਸ ਮਿਨਿਸਟਰ, ਕੋਈ ਇਹਨਾਂ ਦੇ ਮਿਨਿਸਟਰ ਅੱਜ ਇਹ ਕਰਪਸ਼ਨ ਦੀ ਡਾਹ ਦੇ ਵਿੱਚ ਨਜ਼ਰ ਆ ਰਹੇ ਨੇ। ਕੋਈ ਕਿਤੇ ਫੜਿਆ ਜਾ ਰਿਹਾ, ਕਿਸੇ ਦੀ ਆਡੀਓ ਵਾਇਰਲ ਹੋ ਰਹੀ ਹੈ, ਕਿਸੇ ਦੀ ਕੋਈ ਕਿਸ ਤਰ੍ਹਾਂ ਦੀ ਕੋਈ ਵਾਈਫ ਦੇ ਵੱਲੋਂ ਐਲੀਗੇਸ਼ਨਸ ਲੱਗ ਰਹੇ ਨੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੇ ਕਿ ਠੀਕ ਹੈ ਔਰ ਵੀ ਆਰ ਹੈਪੀ ਕਿ ਚਲੋ ਜੋ ਵੀ ਹੈਗਾ, ਜਿਸ ਤਰ੍ਹਾਂ ਵੀ ਹੈਗਾ, ਸਾਡੀ ਪਾਰਟੀ ਦੇ ਵਿੱਚ ਅਗਰ ਕਿਸੇ ਨੇ ਮਿਸਟੇਕ ਕੀਤੀਆਂ ਔਰ ਉਹ ਦੂਸਰੀ ਪਾਰਟੀ ਜਾ ਰਹੇ ਨੇ, ਕੀ ਰੀਜ਼ਨਸ ਹੈਗੇ ਆ, ਇਹ ਬੀਜੇਪੀ ਵੀ ਚੰਗੀ ਤਰ੍ਹਾਂ ਜਾਣਦੀ ਹੈ, ਕਿਸ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਇਹਨਾਂ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ। ਔਰ ਠੀਕ ਹੈ, ਜਦੋਂ ਸਾਡਾ ਟਾਈਮ ਆਏਗਾ, ਅਸੀਂ ਸੱਤਾ ਦੇ ਵਿੱਚ ਆਵਾਂਗੇ, ਇਹਨਾਂ ਲੋਕਾਂ ਦੇ ਉੱਪਰ ਸਭ ਤੋਂ ਪਹਿਲੇ ਕਾਰਵਾਈ ਕੀਤੀ ਜਾਏਗੀ ਕਿ ਜਿਹੜੀ ਕੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੀ ਔਰ ਜਿਹੜੀ ਬਣਦੀ ਕਾਰਵਾਈ ਸੀ, ਕਾਨੂੰਨੀ ਕਾਰਵਾਈ, ਉਹ ਨਹੀਂ ਕੀਤੀ ਗਈ। ਮਿਸਟੇਕਸ ਹੁੰਦੀਆਂ, ਹਰ ਕਿਸੇ ਲੀਡਰਸ ਕੋਲ ਹੁੰਦੀਆਂ ਜਾਂ ਹਰ ਕਿਸੇ ਕੋਲ ਹੁੰਦੀਆਂ, ਬਹੁਤ ਜ਼ਰੂਰੀ ਹੈ ਜੇ ਉਹਨਾਂ ਤੇ ਨਕੇਲ ਨਾ ਕੱਸੀ ਜਾਵੇ ਜਾਂ ਕਿਸੇ ਨੂੰ ਇਗਨੋਰ ਕੀਤਾ ਜਾਵੇ। ਸੋ ਦੈਟ ਇਜ਼ ਓਕੇ। ਅਗਰ ਅਮਰਿੰਦਰ ਸਿੰਘ ਨੇ ਜੋ ਗਲਤੀਆਂ ਕੀਤੀਆਂ, ਅੱਜ ਕੋਈ ਦੂਸਰੀ ਪਾਰਟੀ ਲੈ ਕੇ ਉਹ ਮੌਕਾ ਚੁੱਕਣਾ ਚਾਹੁੰਦੀ ਹੈ, ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਨਾਂ ਲੋਕਾਂ ਤੇ ਇਹਨਾਂ ਜਿਹੜੇ ਦੂਸਰੀਆਂ ਪਾਰਟੀਆਂ 'ਚ ਜਾ ਚੁੱਕੇ, ਇਹਨਾਂ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ? ਇਹ ਸਾਡੀ ਕਾਂਗਰਸ ਲਈ ਅੱਛਾ, ਸਾਡੀ ਸੋਚ ਇਹ ਹੈਗੀ ਹੈ ਕਿ ਭਾਰਤ ਨੂੰ ਜਾਂ ਪੂਰੇ ਦੇਸ਼ ਨੂੰ ਇੱਕ ਨਜ਼ਰ ਨਾਲ ਦੇਖਣਾ, ਯੂਨਿਟੀ ਦੇ ਨਾਲ ਦੇਖਣਾ। ਔਰ ਇਹਦੇ ਵਿੱਚ ਮੇਰੇ ਖਿਆਲ 'ਚ ਦੂਸਰੀਆਂ ਪਾਰਟੀਆਂ ਜਿਹੜੀਆਂ ਧਰਮ ਨੂੰ ਲੈ ਕੇ ਜਾਂ ਮਹਿੰਗਾਈ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਕਰਨਾ ਚਾਹ ਰਹੀ। ਬੀਜੇਪੀ ਜਿਹੜੀ ਹੈਗੀ ਹੈ ਹਿੰਦੂ ਮੁਸਲਮਾਨ ਦੇ ਵਿੱਚ ਲੜਾਈਆਂ ਲੜਾਉਣ 'ਚ ਲੱਗੀ ਹੋਈ ਹੈ ਔਰ ਜਿਹੜੇ ਮੁੱਦੇ ਹੈਗੇ ਉਹਨਾਂ ਤੇ ਗੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੀ। ਹਾਂ, ਕਿਹਨੂੰ ਕਿਸ ਤਰੀਕੇ ਦੇ ਨਾਲ ਨਕੇਲ ਕੱਸ ਕੇ ਹਰਾਸ ਕੀਤਾ ਜਾ ਸਕਦਾ, ਉਹਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਔਰ ਇਹੀ ਗੱਲ ਆਮ ਆਦਮੀ ਪਾਰਟੀ 'ਚ ਵੀ ਹੈਗੀ ਹੈ। Instead of focusing on the issues of the Punjab, they are focusing on how to harass somebody from the other party. So I think ਇਹ ਮੁੱਦਾ ਨਹੀਂ ਹੈ। ਇसीलिए ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਮਰਜ਼ੀ ਪਾਰਟੀ ਨੂੰ ਛੱਡ ਕੇ ਜਾ ਰਿਹਾ, ਦੈਟਸ ਨਾਟ ਅ ਬਿਗ ਡੀਲ। ਇੱਕ ਆਂਦਾ, ਇੱਕ ਜਾਂਦਾ, ਉਹਦੀ ਜਗ੍ਹਾ ਹੋਰ 10 ਲੀਡਰ ਹੋਰ ਪੈਦਾ ਹੁੰਦੇ ਨੇ, ਸੋ ਇਸ ਤੋਂ ਕੋਈ ਵੱਡੀ ਗੱਲ ਨਹੀਂ ਹੈਗੀ। ਸਾਡੇ ਲਈ ਅੱਛਾ ਹੈ ਕਿ ਅਗਰ ਇੱਦਾਂ ਦੇ ਲੋਕ ਆਪਣੇ ਆਪ ਵੈਨਿਸ਼ ਹੋਣਗੇ ਤੇ ਸਾਡੀ ਪਾਰਟੀ ਹੋਰ ਅੱਛੇ ਸਟਰੋਂਗਲੀ ਮਜ਼ਬੂਤੀ ਨਾਲ ਅੱਗੇ ਆ ਕੇ ਕੰਮ ਕਰ ਸਕੇਗੀ, ਕਿਉਂਕਿ ਸਾਡੀ ਜਿਹੜੀ ਸੋਚ ਹੈ ਸਾਰੇ ਲੋਕਾਂ ਨੂੰ ਇਕੱਠੇ ਚਲਾ ਕੇ ਚਲਾਉਂਦੀ ਹੈ ਔਰ ਹਰ ਕਿਸੇ ਨੂੰ, ਹਰ ਵਰਗ ਦੇ ਲੋਕ ਨੂੰ ਇੱਕ ਨਜ਼ਰ ਨਾਲ ਦੇਖਣ ਦੀ ਸਾਡੀ ਸੋਚ ਹੈ, ਤਾਂ ਕਿ ਸਾਡੇ ਸਮਾਜ ਦੇ ਵਿੱਚ ਰਹਿਣ ਸਹਿਣ, ਖਾਣ ਪੀਣ ਦੇ ਮੌਕੇ ਚੰਗੇ ਹੋ ਸਕਣ। ਜੀ ਮੈਮ, ਤੁਸੀਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਹੋ, ਦੋਨਾਂ ਹੀ ਪਾਰਟੀਆਂ ਦੇ ਵਿੱਚ ਤੁਹਾਨੂੰ ਕੀ ਡਿਫਰੈਂਸ ਮਹਿਸੂਸ ਹੁੰਦਾ ਹੈ? ਤੇ ਹਾਲਾਂਕਿ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਵਿੱਚ ਸੁਣਵਾਈ ਨਹੀਂ ਹੁੰਦੀ, ਇੱਕ ਜਿਹੜਾ ਡਿਫਰੈਂਸ ਹੈ ਪ੍ਰਧਾਨ ਤੇ ਵਰਕਰ ਦੇ ਵਿੱਚ ਉਹ ਹਮੇਸ਼ਾ ਹੀ ਰਹਿੰਦਾ ਹੈ, ਉੱਥੇ ਸੁਣਦੇ ਨਹੀਂ ਹੈ, ਇਹ ਸ਼ਿਕਾਇਤਾਂ ਬੜੀ ਆਈਆਂ ਨੇ। ਤੁਸੀਂ ਕਾਂਗਰਸ ਜੁਆਇਨ ਕੀਤੀ, ਤੁਸੀਂ ਕਾਂਗਰਸ ਦੇ ਵਿੱਚ ਲੰਬੇ ਸਮੇਂ ਤੋਂ ਹੋ, ਕੀ ਤੁਹਾਨੂੰ ਵੀ ਇਹ ਚੀਜ਼ ਮਹਿਸੂਸ ਹੋਈ ਕਿ ਸੁਣਵਾਈ ਨਹੀਂ ਹੁੰਦੀ ਇੱਥੇ? ਦੇਖੋ, ਮੈਨੂੰ ਪਰਸਨਲ ਐਕਸਪੀਰੀਅੰਸ ਦੇ ਨਾਲ ਮੈਂ ਪੂਜਾ ਜੀ ਇਹ ਲੱਗਦਾ ਹੈਗਾ ਕਿ ਪੋਲੀਟੀਕਲ ਲਾਈਨ ਇੱਕ ਐਸੀ ਲਾਈਨ ਹੈ ਜਿਹਦੇ ਵਿੱਚ ਤੁਹਾਨੂੰ ਆਪਣਾ ਰੁਤਬਾ ਆਪ ਕ੍ਰੀਏਟ ਕਰਨਾ ਪੈਂਦਾ, ਆਪਣੀ ਪਹਿਚਾਨ ਔਰ ਆਪਣੀ ਛਾਪ ਆਪ ਕ੍ਰੀਏਟ ਕਰਨੀ ਪੈਂਦੀ ਹੈ। ਅਗਰ ਤੁਸੀਂ ਕੋਈ ਸਮਾਜ ਦੇ ਵਿੱਚ ਕੋਈ ਅੱਛਾ ਕੰਮ ਕਰ ਰਹੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਧੱਜੀਆਂ ਉੱਡ ਰਹੀਆਂ ਨੇ, ਜਾਂ ਤੁਹਾਨੂੰ ਲੱਗਦਾ ਹੈਗਾ ਕਿ ਹਾਂ ਤੁਸੀਂ ਜਿਹੜਾ ਕੰਮ ਕਰਨ ਲਈ ਜਾ ਰਹੇ ਹੋ ਉਹ ਸਮਾਜ ਦੇ ਲਈ ਸਹੀ ਨਹੀਂ ਹੈਗਾ, ਅਗਰ ਤੁਸੀਂ ਆਵਾਜ਼ ਚੁੱਕਦੇ ਹੋ ਤੇ ਤੁਹਾਡੀ ਆਵਾਜ਼ ਜ਼ਰੂਰ ਸੁਣੀ ਜਾਂਦੀ ਹੈਗੀ ਹੈ, ਤੁਸੀਂ ਲੋਕਾਂ ਤੱਕ ਆਪਣੀ ਪਹਿਚਾਣ ਬਣਾ ਪਾਉਂਦੇ ਹੋ। ਇਹ ਸਾਡਾ ਆਪਣੇ ਬਲਬੂਤੇ ਤੇ ਹੈਗਾ। ਕਾਂਗਰਸ ਪਾਰਟੀ ਦੇ ਵਿੱਚ ਜਦੋਂ ਦੀ ਮੈਂ ਆਈ ਹਾਂ, ਜਿੰਨੇ ਵੀ ਮੈਂ ਕੋਈ ਕੰਮ ਕੀਤੇ ਨੇ ਪਾਰਟੀ ਦੇ ਨਾਲ ਮਿਲ ਕੇ ਜਾਂ ਸੁਸਾਇਟੀ ਦੇ ਲਈ, ਮੇਰੇ ਲਈ ਤਾਂ ਹਮੇਸ਼ਾ ਰਾਜਾ ਵੜਿੰਗ ਜੀ ਨੇ ਐਜ਼ ਬੀਇੰਗ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਹਮੇਸ਼ਾ ਗੱਲ ਸੁਣੀ ਹੈ ਮੇਰੀ, ਹਮੇਸ਼ਾ। ਔਰ ਆਈ ਮਸਟ ਸੇ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਆਮ ਆਦਮੀ ਪਾਰਟੀ 'ਚ ਵੀ ਮੈਂ ਕੰਮ ਕੀਤਾ ਹੈਗਾ, ਐਕਸਪੀਰੀਅੰਸ ਉੱਥੋਂ ਮੈਂ ਲਿਆ, ਸਟਾਰਟਿੰਗ ਕੀਤੀ ਇਹੀ ਸੋਚ ਕੇ ਕੀਤੀ ਕਿ ਸ਼ਾਇਦ ਇਕਲੌਤੀ ਐਸੀ ਪਾਰਟੀ ਹੋਏਗੀ ਜਿੱਥੇ ਵਾਕਈ ਲੋਕਾਂ ਦੇ ਲਈ ਹਿੱਤ ਦੀ ਲੜਾਈ ਲੜਨ ਲਈ ਅੱਗੇ ਆਣਗੇ। ਬਟ ਇਹ ਪਾਰਟੀ ਉਸ ਤਰ੍ਹਾਂ ਦੀ ਪਾਰਟੀ ਹੈ ਜਿਹੜੇ ਕਿ ਵਾਕਈ ਸਮਾਜ ਦੇ ਵਿੱਚ ਕੰਮ ਕਰਨਾ ਚਾਹੁੰਦੇ ਆਪਣੇ ਬਲਬੂਤੇ ਤੇ, ਔਰ ਜਿਹਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੇ ਅਕੋਰਡਿੰਗਲੀ ਕੰਮ ਕੀਤਾ ਜਾਂਦਾ। ਇਹ ਪਾਰਟੀ ਕਦੀ ਵੀ ਉਸ ਵਰਕਰ ਨੂੰ ਅੱਗੇ ਨਹੀਂ ਆਉਣ ਦਿੰਦੀ, ਬਿਲਕੁਲ ਨਹੀਂ ਆਉਣ ਦਿੰਦੀ। ਔਰ ਇਹ ਚਾਹੁੰਦੀ ਹੈ ਕਿ ਜਿਹੜੇ ਜੀ ਯੈਸ ਸਰ ਕਰਨ ਵਾਲੇ ਜੋ ਲੋਕ ਨੇ ਉਹੀ ਇਸ ਪਾਰਟੀ ਦੇ ਵਿੱਚ ਟਿਕ ਸਕਣਗੇ। ਤੁਸੀਂ ਦੇਖੋ ਕੈਬਨਿਟ ਮਿਨਿਸਟਰ ਜਿਹੜੇ ਰੈਂਕਸ ਦਿੱਤੇ ਨੇ, ਕਿਹਨਾਂ ਨੂੰ ਰੈਂਕਸ ਦਿੱਤੇ ਨੇ? ਦੇ ਡੋਨਟ ਨੋ ਇਵਨ ਅ ਸਿੰਗਲ ਥਿੰਗ। ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਕਿ ਪ੍ਰੋਟੋਕੋਲਸ ਕੀ ਹੁੰਦੇ ਨੇ, ਐਡਮਿਨਿਸਟ੍ਰੇਸ਼ਨ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾਂਦਾ, ਬਿਕੋਜ਼ ਇਹ ਦਿੱਲੀ ਵਾਲੇ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾਰ ਸਮਝਦੇ ਨੇ। ਪੰਜਾਬ ਦੇ ਵਿੱਚ ਕੋਈ ਕਮਾਂਡ ਕਿਸੇ ਨੂੰ ਦੇਣਾ ਹੀ ਨਹੀਂ ਚਾਹੁੰਦੇ। ਔਰ ਰਹੀ ਗੱਲ ਉਸ ਟਾਈਮ ਦੇ ਵਿੱਚ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਸੀਗੇ,
ਮੈਂ ਪਰਸਨਲ ਐਕਸਪੀਰੀਅੰਸ ਦੱਸਦੀ ਹਾਂ। ਉਹਨਾਂ ਕੋਲ ਜਦੋਂ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ 5 ਸੈਕਿੰਡ ਤੋਂ ਜ਼ਿਆਦਾ ਕਦੀ ਵੀ ਕਿਸੇ ਵਰਕਰ ਦੀ ਗੱਲ ਨਹੀਂ ਸੁਣੀ। ਹਾਰਡਲੀ 10 ਸੈਕਿੰਡ ਤੁਸੀਂ ਲਗਾ ਲਓ। ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਸੀਗਾ, ਠੀਕ ਹੈ ਠੀਕ ਹੈ ਠੀਕ ਹੈ ਓਕੇ, ਇਸ ਤਰੀਕੇ ਦੇ ਨਾਲ ਕੰਮ ਨਹੀਂ ਹੁੰਦੇ, ਇਸ ਤਰੀਕੇ ਦੇ ਨਾਲ ਮਾਹੌਲ ਨਹੀਂ ਬਣਦਾ। ਔਰ ਅੱਜ ਤੱਕ ਉਹ ਬੀਇੰਗ ਪ੍ਰਧਾਨ ਹੋਣ ਦੇ ਨਾਤੇ ਉਹ ਅੱਜ ਤੱਕ ਕਿਸੇ ਹਲਕੇ 'ਚ ਵੀ ਨਹੀਂ ਸੀ ਆਏ। ਚਲੋ ਕਿਸਮਤ ਸੀਗੀ ਕਿ ਲਿਖਿਆ ਸੀ ਉਹਨਾਂ ਨੇ ਸੀਐਮ ਬਣਨਾ, ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਸੀ, ਇਸ ਕਰਕੇ ਉਹਨਾਂ ਨੂੰ ਇੰਨਾ ਵੱਡਾ ਮੈਂਡੇਟ ਮਿਲਿਆ ਜਿਹਦੇ ਵਿੱਚ ਉਹ ਅੱਜ ਸੀਐਮ ਬਣੇ ਨੇ। ਸੋ ਦ ਥਿੰਗ ਇਜ਼ ਕਿ ਕੋਈ ਐਡੇ ਵੱਡੇ ਐਫਰਟਸ ਨਹੀਂ ਕੀਤੇ ਉਹਨਾਂ ਨੇ ਜਿਹੜੇ ਕਿ ਕਰਨੇ ਬਣਦੇ ਸੀਗੇ। ਔਰ ਪੰਜਾਬ ਜਿਹੜਾ ਸੀਗਾ ਬਦਲਾਵ ਕਰਕੇ, ਜਿਹੜੇ ਬੀਜੇਪੀ ਕਾਂਗਰਸ ਦੇ ਕਰਕੇ ਛੋਟੀ-ਮੋਟੀਆਂ ਗਲਤੀਆਂ ਕਰਕੇ ਉਹਨਾਂ ਨੂੰ ਬਦਲਾਵ ਜੋ ਚਾਹੀਦਾ ਸੀਗਾ, ਇਸ ਕਰਕੇ ਅੱਜ ਆਮ ਆਦਮੀ ਪਾਰਟੀ ਇੱਥੇ ਆਈ ਹੈ। ਲੇਕਿਨ ਐਦਾਂ ਦੀ ਕੋਈ ਗੱਲ ਨਹੀਂ ਹੈਗੀ। ਕਾਂਗਰਸ ਦੇ ਵਿੱਚ ਹਰ ਕਿਸੇ ਵਰਕਰ ਦੀ ਸੁਣਵਾਈ ਹੁੰਦੀ ਹੈ, ਹਰ ਕਿਸੇ ਵਰਕਰ ਨੂੰ ਪੁੱਛਿਆ ਜਾਂਦਾ। ਈਵਨ ਕਿ ਵੜਿੰਗ ਸਾਹਿਬ ਨੇ ਹਰ ਹਲਕੇ ਦੇ ਵਿੱਚ ਉਹਨਾਂ ਦੇ ਘਰ ਜਾ ਕੇ ਹਰ ਵਰਕਰ ਨੂੰ ਪੁੱਛ ਕੇ ਆਏ ਨੇ ਕਿ ਤੁਹਾਨੂੰ ਕਿਸ ਚੀਜ਼ ਦੀ ਦਿੱਕਤ ਹੈ, ਕਿਸ ਚੀਜ਼ ਦੀ ਪ੍ਰੋਬਲਮ ਹੈਗੀ ਹੈ, ਕੋਈ ਤੁਹਾਨੂੰ ਹੈਰਾਸਮੈਂਟ ਹੋ ਰਹੀ ਹੈ, ਵੀ ਆਰ ਵਿਦ ਯੂ। ਕਿਉਂਕਿ ਮੈਂ ਇੱਕ ਐਗਜ਼ਾਮਪਲ ਹੈਗੀ ਆ, ਕਿਉਂਕਿ ਮੇਰੇ ਤੇ ਆਮ ਆਦਮੀ ਪਾਰਟੀ ਨੇ ਦੋ FIRs ਕੀਤੀਆਂ ਜਸਟ ਬਿਕੋਜ਼ ਆਫ ਕਿ ਮੈਂ ਇਲੀਗਲ ਮਾਈਨਿੰਗਸ ਨੂੰ ਲੈ ਕੇ ਲਾਈਵ ਫੇਸਬੁੱਕ ਦੇ ਵਿੱਚ ਸਭ ਕੁਝ ਦਿਖਾਇਆ, ਗੁੰਡਾ ਪਰਚੀ ਦਿਖਾਇਆ। ਅਗਰ ਇਹ ਪਾਰਟੀ ਚੰਗੀ ਹੁੰਦੀ ਤਾਂ ਮੇਰੇ ਅਗੇਂਸਟ ਇਹ 2 FIRs ਵੂਮਨ ਨੂੰ ਕਿੱਦਾਂ ਹਰਾਸ ਕਰ ਸਕਦੇ ਆ। ਔਰ ਵਿਦਿਨ 15 ਮਿੰਟਸ 15 ਮਿੰਟਾਂ ਦੇ ਅੰਦਰ 2 ਥਾਣੇ ਦੇ ਵਿੱਚ FIR ਮੇਰੇ ਖਿਲਾਫ ਦਰਜ ਹੁੰਦੀਆਂ। ਔਰ ਉਹ 15 ਮਿੰਟ ਦਾ ਸਫ਼ਰ ਦੇਖੋ, ਉਸ ਤੁਸੀਂ ਇੱਕ ਥਾਣੇ ਤੋਂ ਦੂਸਰੇ ਥਾਣੇ ਤੇ ਪਹੁੰਚਣ ਵੇਲੇ ਵੀ ਤੁਹਾਨੂੰ ਘੱਟੋ ਘੱਟ 45 ਤੋਂ 1 ਘੰਟਾ 45 ਤੋਂ 50 ਮਿੰਟ ਲੱਗਦੇ ਨੇ। ਪਰ ਦੇਖੋ 15 ਮਿੰਟਾਂ ਦੇ ਵਿੱਚ ਇਹਨਾਂ ਨੇ 2 FIRs ਕਿਸ ਤਰੀਕੇ ਨਾਲ ਕਰ ਦਿੱਤੀਆਂ, ਸਮਝ ਤੋਂ ਹੀ ਬਾਹਰ ਹੋ ਗਿਆ। ਕਿਉਂਕਿ ਇਹ ਵੌਇਸ ਨੂੰ ਦਬਾਉਣਾ ਚਾਹੁੰਦੇ ਨੇ। ਦਿਸ ਇਜ਼ ਵਨ ਆਫ ਦ ਐਗਜ਼ਾਮਪਲ ਆਫ ਆਮ ਆਦਮੀ ਪਾਰਟੀ ਕਿ ਅਗਰ ਮੈਂ ਇਹਨਾਂ ਨੂੰ ਲੱਗਦਾ ਹੈ ਕਿ ਓਪੋਜੀਸ਼ਨ ਦੇ ਵਿੱਚ ਵੀ ਕੋਈ ਚੰਗਾ ਕੰਮ ਕਰ ਰਿਹਾ ਹੈ ਤੇ ਉਹਨਾਂ ਨੂੰ ਉਹਦੀ ਸਪੋਰਟ ਕਰਨ ਦੀ ਬਜਾਏ ਉਹਦੇ ਤੇ ਝੂਠੇ ਪਰਚੇ ਕਰਕੇ ਉਹਦੀ ਆਵਾਜ਼ ਦਬਾਈ ਜਾਏ। ਮੈਨੂੰ ਬਹੁਤ ਪਹਿਲੇ ਪਤਾ ਲੱਗ ਚੁੱਕਿਆ ਸੀਗਾ, ਇਸ ਲਈ ਮੈਂ ਪਾਰਟੀ ਤੋਂ ਸਵਿਚ ਔਨ ਕੀਤਾ, ਕਿਉਂਕਿ ਇਸ ਪਾਰਟੀ 'ਚ ਕਿਸੇ ਵਰਕਰ ਦੀ ਕੋਈ ਸੁਣਵਾਈ ਨਹੀਂ ਹੈਗੀ। ਕਿਸੇ ਵੀ ਪੁਰਾਣੇ ਵਰਕਰ ਨੂੰ ਪੁੱਛ ਕੇ ਦੇਖੋ ਕਿ ਉਹ ਕੀ ਮਹਿਸੂਸ ਕਰ ਰਿਹਾ। ਅੱਜ ਜਿਨ੍ਹਾਂ ਨੇ ਪਾਰਟੀ ਬੁਲੰਦੀਆਂ ਤੱਕ ਪਹੁੰਚਾਈ ਸੀ ਹਰ ਹਲਕੇ ਦੀ, ਅੱਜ ਸਾਰੇ ਵਰਕਰ ਉਹ ਘਰ ਬੈਠੇ ਨੇ ਔਰ ਕਿਸੇ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਸਿਰਫ ਇਸ ਪਾਰਟੀ ਨੇ ਦੂਸਰੀ ਪਾਰਟੀਆਂ ਦੇ ਘਰ ਜਾ ਕੇ ਕਾਂਗਰਸ ਬੀਜੇਪੀ ਦੇ ਗੋਡਿਆਂ ਨੂੰ ਹੱਥ ਲਾ ਕੇ ਇਹਨਾਂ ਨੇ ਉਹਨਾਂ ਨੂੰ ਟਿਕਟਾਂ ਵੰਡੀਆਂ ਤਾਂ ਕਿ ਇਹ ਸੋਚ ਸਕਣ ਕਿ ਕਿਸ ਤਰੀਕੇ ਨਾਲ ਇਹਨਾਂ ਲੋਕਾਂ ਕੋਲੋਂ ਪੈਸਾ ਇਕੱਠਾ ਕੀਤਾ ਜਾ ਸਕੇ। ਇਹ ਲੋਕ ਕਹਿੰਦੇ ਨੇ, ਆਪਣੇ ਮੂੰਹੋਂ ਕਹਿੰਦੇ ਨੇ, ਔਰ ਕਈਆਂ ਨੇ ਇਹਨਾਂ ਤੇ ਐਲੀਗੇਸ਼ਨਸ ਵੀ ਲਗਾਏ ਨੇ। ਔਰ ਜਿਨ੍ਹਾਂ ਨੇ ਇਹਨਾਂ ਤੇ ਐਲੀਗੇਸ਼ਨਸ ਲਗਾਏ ਨੇ, ਇਹਨਾਂ ਸਾਰਿਆਂ ਨੇ ਉਹਨਾਂ ਨੂੰ FIRs ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਹੈਰਾਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਝੂਠੇ ਪਰਚੇ, ਵੈਂਡੇਟਾ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕੀਤੀ। ਅਗਰ ਇਹ ਚੰਗੇ ਹੁੰਦੇ ਤੇ ਸ਼ਾਇਦ ਅੱਜ ਵੀ ਮੈਂ ਇਸੀ ਪਾਰਟੀ ਦੇ ਵਿੱਚ ਹੁੰਦੀ। ਔਰ ਇਹ ਚੰਗੇ ਨਹੀਂ ਨੇ, ਸ਼ਾਇਦ ਇਸੇ ਲਈ ਮੈਂ ਸਵਿਚ ਔਨ ਕੀਤੀ ਪਾਰਟੀ, ਕਿਉਂਕਿ ਬੀਇੰਗ ਅ ਵੂਮਨ ਹੋਣ ਦੇ ਨਾਤੇ ਮੈਂ ਆਪਣਾ ਘਰ ਵੀ ਸੰਭਾਲਦੀ ਹਾਂ, ਫੈਮਿਲੀ ਸੰਭਾਲਦੀ ਹਾਂ। ਔਰ ਬਹੁਤ ਘੱਟ ਵੂਮਨਸ ਹੁੰਦੀਆਂ ਪੰਜਾਬ ਦੇ ਵਿੱਚ ਜਿਹੜਾ ਸੋਸਾਇਟੀ 'ਚ ਆ ਕੇ ਬਿਲਕੁਲ ਤੇ ਪਾਰਟੀ ਦੇ ਲਈ ਤੁਸੀਂ ਕੰਮ ਕਰਦੇ ਆਏ ਹੋ। ਦੂਜੀ ਗੱਲ ਇਹ ਵੀ ਹੈ ਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਪੋਲੀਟੀਕਲ ਵੈਂਡੇਟਾ ਬਹੁਤ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਕਰ ਜਦ ਕਾਰਵਾਈਆਂ ਹੋ ਰਹੀਆਂ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੀ, ਉਸ ਉੱਤੇ ਕਹਿ ਦਿੰਦੇ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੀਤਾ ਜਾ ਰਿਹਾ ਹੈ। ਚਾਹੇ ਉਹ ED ਦੀ ਜਦ ਰੇਡਸ ਪੈਂਦੀ ਹੈ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਦੇ ਲੀਡਰਸ ਦੀ, ਤਾਂ BJP ਦੇ ਆਰੋਪ ਲੱਗਦੇ ਹੈ ਕਿ ਉਹਨਾਂ ਵੱਲੋਂ ਪੋਲੀਟੀਕਲ ਵੈਂਡੇਟਾ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਲੇਕਿਨ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਆਖਿਰ ਕਿੰਨਾ ਕਿ ਇਸ ਵਿੱਚ ਸੱਚ ਸਾਬਿਤ ਹੁੰਦਾ ਹੈ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਇਸ ਦੇ ਲੋਕਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਇਹ ਸਿਰਫ ਰਾਜਨੀਤਿਕ ਲਾਹਾ ਲੈਣ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਫਿਰ ਸਹੀ ਮਾਇਨੇ ਦੇ ਵਿੱਚ ਵੀ ਜਿਹੜਾ ਹੈ ਇਸ ਪੂਰੀ ਚੀਜ਼ ਦੇ ਵਿੱਚ ਕਿਸੇ ਨਾ ਕੋਈ ਦੋਸ਼ੀ ਜ਼ਰੂਰ ਹੈ। ਉਹਨਾਂ ਦੇ ਨਾਲ ਸੰਪਰਕ ਟੁੱਟ ਗਿਆ ਹੈ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੇ ਜ਼ਰੂਰ ਇਹ ਦੱਸਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਦੇ ਵਿੱਚ ਜਿਹੜੀ ਹੈ ਮਜ਼ਬੂਤੀ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜ਼ਰੂਰ ਕਰ ਰਹੇ ਹੈ। ਤੇ ਟੀਨਾ ਜੀ ਦੇ ਨਾਲ ਇੱਕ ਵਾਰ ਫਿਰ ਤੋਂ ਸੰਪਰਕ ਹੋ ਗਿਆ। ਮੇਰਾ ਕੁਐਸਚਨ ਇਹ ਸੀਗਾ, ਪੋਲੀਟੀਕਲ ਵੈਂਡੇਟਾ ਇਸ ਸ਼ਬਦ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਜਦ ਕਿਸੇ ਤੇ ਵੀ ਕਾਰਵਾਈ ਹੁੰਦੀ ਹੈ ਤੇ ਦੂਜੀ ਪਾਰਟੀ ਉੱਤੇ ਸਵਾਲ ਚੁੱਕੇ ਜਾਂਦੇ ਨੇ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਲੇਕਿਨ ਜਿਹੜੀ EDs ਦੀ ਕਾਰਵਾਈ ਹੋ ਰਹੀ ਹੈ ਜਾਂ ਫਿਰ ਵਿਜੀਲੈਂਸ ਦੀ ਕਾਰਵਾਈਆਂ ਹੋ ਰਹੀਆਂ, ਕਿੰਨੀ ਕਿ ਇਸ ਵਿੱਚ ਲੋਕਾਂ ਨੂੰ ਕਿੱਦਾਂ ਪਤਾ ਚੱਲੇ? ਕਿਉਂਕਿ ਆਮ ਲੋਕ, ਆਮ ਵੋਟਰ, ਉਹਨਾਂ ਨੇ ਵੋਟ ਦੇਣਾ ਹੈ, ਉਹ ਇਹ ਨਹੀਂ ਦੇਖਦੇ ਕਿ ਕਿਹੜੀ ਪਾਰਟੀ ਕੀ ਕਹਿ ਰਹੀ ਹੈ, ਉਹ ਬਿਆਨਬਾਜ਼ੀ ਜ਼ਰੂਰ ਦੇਖਦੇ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਆਖਿਰ ਕੌਣ ਜਿਹੜੀ ਹੈ ਸਹੀ ਮਾਇਨੇ ਦੇ ਵਿੱਚ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਇੱਕ ਸਵਾਲ ਇਹ। ਦੂਜਾ ਸਵਾਲ ਇਹ ਕਿ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਹੀ BJP ਦੀ B ਟੀਮ ਕਿਹਾ ਗਿਆ ਹੈ, ਕਾਂਗਰਸ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਹੈ। ਤੇ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਮੈਂ ਗੱਲ ਕਰ ਰਹੀ ਹਾਂ ਕਿ ਕੋਸ਼ਿਸ਼ਾਂ ਜ਼ਰੂਰ ਕਰ ਰਹੀ ਹੈ ਜੁੜਨ ਦੀ, ਭਾਰਤ ਜੋੜੋ ਯਾਤਰਾ ਦੇ ਤਹਿਤ ਵੀ ਕਰ ਰਹੇ ਹੋ, ਲੇਕਿਨ ਉਸ ਤੋਂ ਪਹਿਲਾਂ ਜਿੱਤੇ ਇਸਤੀਫਾ ਦੇ ਦੌਰ ਜਾਰੀ ਹੈ, ਉਸ ਤੋਂ ਕਿਤੇ ਨਾ ਕਿਤੇ ਹੁਣ ਜਿਹੜੀ ਮਜ਼ਬੂਤੀ ਹੈ ਉਹ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਮਿਲ ਰਹੀ ਹੈ।
ਬਾਕੀ ਸੂਬਿਆਂ ਦੇ ਵਿੱਚ ਗੱਲ ਕਰੀਏ, ਚਾਹੇ ਉਹ ਹਿਮਾਚਲ ਦੇ ਵਿੱਚ ਕਿਉਂਕਿ ਚੋਣਾਂ ਆਉਣ ਵਾਲੀਆਂ ਨੇ, ਗੁਜਰਾਤ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਚੋਣਾਂ ਆਉਣ ਵਾਲੀਆਂ ਨੇ, ਕਾਂਗਰਸ ਦੇ ਵਿੱਚ ਕਲੇਸ਼ ਕਰਕੇ ਹੀ ਸ਼ਾਇਦ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਇੱਕ ਵੋਟਰ ਜ਼ਰੂਰ ਕਨਫਿਊਜ਼ ਹੋ ਜਾਂਦਾ ਹੈ ਕਿ ਆਖਿਰ ਉਸਨੇ ਜਿਸ ਨੂੰ ਵੋਟ ਕੀਤਾ ਹੈ ਜਾਂ ਉਹ ਜਿਹਦੇ ਪਾਸੇ ਹੈ ਉਹ ਸਹੀ ਹੈ ਜਾਂ ਗਲਤ ਹੈ। ਬਿਲਕੁਲ ਠੀਕ ਗੱਲ ਹੈ ਪੂਜਾ ਜੀ। ਵਰਕ ਜਿਹੜਾ ਆਮ ਵਰਗ ਦੇ ਲੋਕ ਹੁੰਦੇ ਨੇ ਉਹ ਨਹੀਂ ਸਮਝ ਪਾਉਂਦੇ ਕਿ ਵੈਂਡੇਟਾ ਪੋਲਿਟਿਕਸ ਕੀ ਹੁੰਦੀ ਹੈ, ਬਟ ਦੈਟ ਇਜ਼ ਟਰੂ। ਜਿੰਨਾ ਹੋ ਸਕੇ ਅਸੀਂ ਉਸ ਹੱਦ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਅੱਜ ਕੱਲ੍ਹ ਦੇ ਲੋਕ ਵੀ ਬਹੁਤ ਸਮਝਦਾਰ ਹੋ ਚੁੱਕੇ, ਕਿਉਂਕਿ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਚੁੱਕਿਆ। ਹਰ ਕੋਈ ਆਪਣਾ ਸੋਸ਼ਲ ਫੇਸਬੁੱਕ ਜਿਹੜਾ ਹੈਗਾ ਹੈ ਜਾਂ ਟਵਿੱਟਰ ਇੰਸਟਾਗ੍ਰਾਮ ਹਰ ਕੋਈ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਘਰ ਦੇ ਵਿੱਚ ਡਿਸਕਸ਼ਨਸ ਹੁੰਦੀਆਂ ਨੇ। ਬਿਲਕੁਲ ਠੀਕ ਗੱਲ ਹੈ। ਦੇਖੋ ਗੱਲ ਇਹ ਹੈਗੀ ਹੈ ਕਿ ਈਡੀਜ਼ ਦੀ ਰੇਡ ਵਾਸਤੇ ਅਸੀਂ ਵੈਂਡੇਟਾ ਪੋਲਿਟਿਕਸ ਕਿਉਂ ਕਹਿੰਦੇ ਆ। ਦ ਥਿੰਗ ਇਜ਼ ਕਿ ਅਗਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਮਨੀਸ਼ ਸਿਸੋਦੀਆ ਹੋਣ ਚਾਹੇ ਸਤਿੰਦਰ ਜੈਨ ਹੋਣ, ਇਹ ਦੋਨੋਂ ਹੀ ਮਿਨਿਸਟਰਸ ਨੇ। ਇਹਨਾਂ ਦੋਨਾਂ ਦੇ ਉੱਤੇ ਸੀਬੀਆਈ ਔਰ ਈਡੀਜ਼ ਵੱਲੋਂ ਇਹਨਾਂ ਨੂੰ ਕਨਵਿਕਟਡ ਕਰ ਚੁੱਕੇ ਨੇ ਆਲਮੋਸਟ। ਠੀਕ ਹੈ ਜੀ। ਉਹਨਾਂ ਤੇ ਜਿਹੜੇ ਉਹਨਾਂ ਨੇ ਪਾਲਿਸੀਜ਼ ਖੇਡਣ ਦੀ ਕੋਸ਼ਿਸ਼ ਕੀਤੀਆਂ ਸੀਗੀਆਂ, ਉਸ ਪਾਲਿਸੀਜ਼ ਦੇ ਉੱਤੇ ਉਹਨਾਂ ਤੇ FIR ਦਰਜ ਹੋਈਆਂ। FIR ਦਰਜ ਹੋਣ ਤੋਂ ਬਾਅਦ ਉਹਨਾਂ ਨੂੰ ਇਸ ਰਾਹ ਤੇ ਲਗਾਇਆ ਗਿਆ ਕਿ ਜਿਹੜੀ ਉਹਨਾਂ ਨੇ ਉੱਥੇ ਲਿਕਰ ਪਾਲਿਸੀ ਨੂੰ ਇੱਥੇ ਮੈਂਸ਼ਨ ਕੀਤਾ ਗਿਆ, ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਉਹਦੇ ਵਿੱਚ 2% ਤੋਂ 12% ਤੋਂ ਪ੍ਰੋਫਿਟ ਜਿਹੜਾ ਰੇਜ਼ ਕੀਤਾ ਗਿਆ। ਔਰ ਉਸ ਤੋਂ ਬਾਅਦ ਕੀ ਦੇਖਣ ਨੂੰ ਮਿਲਦਾ ਕਿ ਜਦੋਂ ਪਤਾ ਲੱਗਿਆ ਈਡੀ ਨੂੰ ਕਿ ਇਹ ਕੰਮ ਕਰ ਰਹੇ ਨੇ, ਉਹਨਾਂ ਨੇ ਉਸ ਤੋਂ ਬਾਅਦ ਪਾਲਿਸੀ ਨੂੰ ਰੀਬੈਕ ਕਰ ਦਿੱਤਾ, ਉਹਨਾਂ ਨੂੰ ਦੁਬਾਰਾ ਤੋਂ 2% ਤੇ ਲੈਣ ਦਾ। ਲੋਕ ਇਹ ਕਹਿ ਰਹੇ ਨੇ ਕਿ ਉਸ 12% ਦੇ ਵਿੱਚੋਂ 8% ਜਿਹੜਾ ਹੈਗਾ ਉਹ ਜਿਹੜਾ ਪ੍ਰੋਫਿਟ ਹੈ ਉਸ ਪੈਸਿਆਂ ਦੇ ਨਾਲ ਇਹਨਾਂ ਨੇ ਉਹਨਾਂ ਦਿੱਲੀ ਦੇ ਪੈਸਿਆਂ ਨਾਲ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਲਗਾਇਆ। ਔਰ ਇਹੀ ਪਾਲਿਸੀ ਇੱਥੇ ਵੀ ਖੇਡ ਰਹੇ ਨੇ। ਔਰ ਉਹ ਦੋ ਕੰਟਰੈਕਟਰਸ ਜਿਹੜੇ ਕਿ ਉੱਥੋਂ ਦੇ ਅਕਿਊਜ਼ਡ ਨੇ ਸੀਬੀਆਈ ਵੱਲੋਂ ਜਾਂ ਈਡੀਜ਼ ਵੱਲੋਂ, ਉਹਨਾਂ ਦੋਨਾਂ ਅਕਿਊਜ਼ਡ ਜਿਹੜੇ ਕਿ ਪ੍ਰਾਈਵੇਟ ਜਿਹੜੇ ਲਿਕਰ ਮੈਨੂਫੈਕਚਰਰ ਨੇ, ਉਹਨਾਂ ਨੂੰ ਪੰਜਾਬ ਦੇ ਵਿੱਚ ਵੀ ਲਾਂਚ ਕੀਤਾ ਗਿਆ। ਸੋ ਇੱਥੋਂ ਕੀ ਪਤਾ ਚੱਲਦਾ, ਇਹ ਆਪਣੇ ਉਹਨਾਂ ਨੂੰ ਕਹਿ ਰਹੇ ਨੇ ਇੱਥੋਂ ਤਾਂ ਤੁਸੀਂ ਅਕਿਊਜ਼ਡ ਹੋ ਗਏ ਹੋ, ਤੁਸੀਂ ਉਹਨਾਂ ਨੂੰ ਵੀ ਕਹਿ ਰਹੇ ਹੋ ਕਿ ਵੈਂਡੇਟਾ ਪੋਲਿਟਿਕਸ ਹੈਗੀ ਹੈ, ਮਨੀ ਉਹਦੇ ਤੇ ਨਜਾਇਜ਼ ਨਕੇਲ ਕੱਸੀ ਜਾ ਰਹੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂਜੀ ਤੁਸੀਂ ਹੁਣ ਝੂਠ ਬੋਲ ਰਹੇ ਹੋ, ਤੁਸੀਂ ਪੜੇ ਗਏ ਹੋ, ਤੁਸੀਂ ਅਕਿਊਜ਼ਡ ਹੋ ਗਏ। ਬਟ ਪੰਜਾਬ ਦੇ ਵਿੱਚ ਕੀ ਹੋ ਰਿਹਾ, ਪੰਜਾਬ ਦੇ ਵਿੱਚ ਜਿਹੜੇ ਮਿਨਿਸਟਰਸ ਜਿਹੜੇ ਹੈਗੇ ਜਿਨ੍ਹਾਂ ਨੇ ਕੰਮ ਕੀਤਾ ਹੋਇਆ ਆਲਰੇਡੀ 70 ਸਾਲ ਦੀ ਪੁਰਾਣੀ ਸਾਡੀ ਪਾਰਟੀ ਹੈਗੀ ਹੈ, ਆਜ਼ਾਦੀ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ। ਵੀ ਨੋ ਬੈਟਰ ਦੈਨ ਦੈਮ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਤਰੱਕੀਆਂ ਦੇ ਲਈ ਕੰਮ ਕੀਤਾ ਜਾ ਸਕਦਾ। ਸੋ ਇਹਨਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ, ਕਿਉਂਕਿ ਇਹਨਾਂ ਪਾਰਟੀ ਦੇ ਵਿੱਚ ਐਸੇ ਲੋਕ ਨਹੀਂ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਦੇਸ਼ ਲਈ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਹਨਾਂ ਨੇ ਆਪਣੇ ਨਾਮ ਕਮਾਏ ਨੇ। ਪਰ ਇਹਨਾਂ ਪਾਰਟੀਆਂ ਨੂੰ ਕੋਲ ਕੀ ਕਰਨਾ ਪੈਂਦਾ ਐਟ ਦੀ ਐਂਡ, ਉਹੀ ਮਹਾਤਮਾ ਗਾਂਧੀ ਜੀ ਨੇ ਜਿਨ੍ਹਾਂ ਦੇ ਗਲੇ ਦੇ ਵਿੱਚ ਇਹਨਾਂ ਨੂੰ ਹਾਰ ਪਾਉਣਾ ਪੈਂਦਾ। ਸੋ ਉਹੀ ਸਾਰੇ ਐਸੇ ਲੋਕ ਸਾਡੀ ਪਾਰਟੀਆਂ ਦੇ ਵਿੱਚੋਂ ਜਿਹੜੇ ਨਿਕਲੇ ਨੇ, ਰਾਜੀਵ ਗਾਂਧੀ ਜੀ, ਇੰਦਰਾ ਗਾਂਧੀ ਜੀ, ਉਹਨਾਂ ਨੂੰ ਸ਼ਰਧਾਂਜਲੀ ਜਦੋਂ ਭੇਂਟ ਕਰਨੀਆਂ ਪੈਂਦੀਆਂ, ਸੋ ਇਹਨਾਂ ਨੂੰ ਚੁਭਦੀਆਂ ਉਹ ਚੀਜ਼ਾਂ। ਸੋ ਇਸ ਲਈ ਇਹਨਾਂ ਚੀਜ਼ਾਂ ਤੋਂ ਬਰਦਾਸ਼ਤ ਨਹੀਂ ਹੁੰਦਾ, ਜਿਨ੍ਹਾਂ ਕਰਕੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੀ ਪਾਰਟੀ ਦੇ ਵਿੱਚ ਵੈਂਡੇਟਾ ਹੋ ਰਿਹਾ, ਦੂਸਰੇ ਦੇ ਵਿੱਚ ਜਿਹੜਾ ਹੈਗਾ ਜੈਨੂਇਨ ਕਰ ਰਹੇ ਆ। ਸੋ ਇਹ ਪਾਰਟੀ ਜਿਹੜੀਆਂ ਹੈਗੀਆਂ ਦੂਸਰੇ ਡਿਸਟ੍ਰਿਕਟ ਸਟੇਟਸ ਦੇ ਵਿੱਚ ਜਾ ਕੇ ਝੂਠੇ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਉਤਸ਼ਾਹ ਮਿਲ ਰਿਹਾ। ਮੈਂ ਪਠਾਨਕੋਟ ਦੇ ਵਿੱਚ ਕਰਨੀ ਆ, ਲੋਕਲ ਹਿਮਾਚਲ 'ਚ ਵੀ ਮੈਂ 4 ਤੋਂ 5 ਵਾਰੀ ਉੱਥੇ ਵਿਜ਼ਿਟ ਕਰਕੇ ਆ ਚੁੱਕੀ ਹਾਂ। ਉੱਥੋਂ ਦੇ ਲੋਕਾਂ ਨੂੰ ਅਸੀਂ ਆਪ ਦੱਸ ਰਹੇ ਹਾਂ ਕਿ ਜਿਹੜਾ ਝੂਠ ਬੋਲ ਰਹੇ ਨੇ 10 ਦਿਨਾਂ ਦੇ ਅੰਦਰ ਅਸੀਂ ਪੰਜਾਬ ਦੇ ਵਿੱਚ ਕਰਪਸ਼ਨ ਫ੍ਰੀ ਪੰਜਾਬ ਕਰਤਾ, ਤੇ ਅੱਜ ਵੀ ਕਰਪਸ਼ਨ ਪਹਿਲੇ ਨਾਲੋਂ ਜ਼ਿਆਦਾ ਹੋ ਗਈ ਹੈ। ਮਾਈਨਿੰਗਸ ਨੂੰ ਬੈਨ ਕੀਤਾ ਜਾ ਰਿਹਾ ਹੈ, ਰੇਤਾ ਜਿਹੜਾ ਹੈਗਾ 5 ਰੁਪਏ ਤੋਂ ਲੈ ਕੇ ਉਹ 9 ਰੁਪਏ ਤੋਂ ਉੱਤੇ ਪਹੁੰਚ ਚੁੱਕਿਆ। ਮਾਫੀਆ ਨੂੰ ਖੁਦ ਪੰਜਾਬ ਬੜਾਵਾ ਦੇ ਰਿਹਾ ਹੈ। ਅਗਰ ਹਰਿਆਣੇ ਦੀ ਗੱਲ ਕੀਤੀ ਜਾਵੇ, ਅੱਜ ਤੱਕ ਭਗਵੰਤ ਮਾਨ ਜੀ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਇਹ ਨਹੀਂ ਕਿਹਾ ਹਰਿਆਣਾ ਜਾ ਕੇ ਕਿ ਅਸੀਂ SYL ਦਾ ਪਾਣੀ ਆ SYL ਦੇ ਮੁੱਦਿਆਂ ਨੂੰ ਖਤਮ ਕਰਕੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ 'ਚ ਦੇਵਾਂਗੇ। ਇਹ ਗੱਲ ਕਿਉਂ ਨਹੀਂ ਕਰਦੇ? ਕਿਉਂਕਿ ਇਹਨਾਂ ਨੂੰ ਪਤਾ ਹੈ ਉੱਥੇ ਪੰਜਾਬ 'ਚ ਕਹੀ ਜਾਂਦੇ ਆ ਇੱਕ ਤੁਪਕਾ ਵੀ ਬਾਹਰ ਨਹੀਂ ਦੇਵਾਂਗੇ। ਸੋ ਉੱਥੇ ਅੱਜ ਤੱਕ ਇਹਨਾਂ ਨੇ ਕੋਈ ਬਿਆਨ ਹੀ ਨਹੀਂ ਦਿੱਤੇ, ਔਰ ਇਹ ਖੁਦ ਕਹਿੰਦੇ ਕਿ ਹਾਂਜੀ SYL ਦੇ ਪਾਣੀ ਤੇ ਸਾਰੀ ਸਟੇਟ ਦਾ ਹੱਕ ਹੈ, ਜਿਹੜਾ ਕਿ ਬਣਦਾ ਹੀ ਨਹੀਂ ਹੈ, ਜਿਹੜਾ ਕਿ ਸੈਂਟਰ ਗਵਰਨਮੈਂਟ ਦਾ ਇੱਕ ਫਰਜ਼ ਬਣਦਾ ਕਿ ਇਹਨਾਂ ਮੁੱਦਿਆਂ ਨੂੰ ਠੀਕ ਕਰਨ। ਇਹ ਵੈਂਡੇਟਾ ਪੋਲਿਟਿਕਸ ਤੇ ਆਪ ਖੇਲ ਰਹੇ ਨੇ, ਉੱਥੇ ਜਾ ਕੇ ਕੁਝ ਕਹਿ ਰਹੇ ਨੇ, ਇੱਥੇ ਕੁਝ ਕਹਿ ਰਹੇ ਨੇ। ਸੋ ਲਾਸਟ ਜਦੋਂ ਪੰਜਾਬ ਦੇ ਇਲੈਕਸ਼ਨਸ ਹੋਏ ਸੀਗੇ, ਪੰਜਾਬ ਦੇ ਵਿੱਚ ਵੀ ਇਹਨਾਂ ਦਾ ਆਣਾ ਬਣਦਾ ਨਹੀਂ ਸੀ। ਬਾਕੀ 5 ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨਸ ਹੋਏ ਸੀ, ਚਾਹੇ ਯੂਪੀ ਦੀ ਗੱਲ ਕਰੀਏ ਜਾਂ ਹੋਰ ਕਿਸੇ ਦੀ ਗੱਲ ਕਰੀਏ, ਉੱਥੇ ਜਾ ਕੇ ਦੇਖ ਲਓ ਕਿ ਕੀ ਹਾਲ ਹੋਇਆ ਇਹਨਾਂ ਦਾ। ਇਹਨਾਂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ, ਵਿਚ ਇਜ਼ ਕਾਲਡ ਨਨ ਆਫ ਦੀ ਅਬਵ। ਕਿਸੇ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਆਮ ਆਦਮੀ ਪਾਰਟੀ ਨੂੰ, ਉੱਥੇ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ। ਪੰਜਾਬ ਦੇ ਵਿੱਚ ਜੋ ਗਲਤੀਆਂ ਸਾਡੇ ਪਾਰਟੀ ਕੋਲ ਜਿਸ ਟਾਈਮ ਹੋਈਆਂ ਸੀ, ਵੀ ਅਸੈਪਟਡ ਆਲਸੋ ਕਿ ਹਾਂਜੀ ਕੀ ਗਲਤੀਆਂ ਹੋਈਆਂ, ਉਸ ਗਲਤੀਆਂ ਦੇ ਵਿੱਚ ਅਸੀਂ ਵਰਕ ਔਨ ਕਰ ਰਹੇ ਹਾਂ। ਬਟ ਯੈਸ, ਇਹ ਪਾਰਟੀਆਂ ਐਸੀਆਂ ਪਾਰਟੀਆਂ ਦੇ ਸਿਰਫ ਵੈਂਡੇਟਾ ਪੋਲਿਟਿਕਸ ਖੇਡ ਖੁਦ ਆਪਣੇ ਅਕਿਊਜ਼ਡ ਲੋਕਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਦੇ ਵਿੱਚ ਸਾਡੀ ਪਾਰਟੀ ਐਜ਼ ਅ ਆਪੋਜੀਸ਼ਨ ਹੋਣ ਦੇ ਨਾਤੇ
ਸਾਡਾ ਹਮੇਸ਼ਾ ਇਸ ਤਰੀਕੇ ਨਾਲ ਇਹਨਾਂ ਦੇ ਉੱਤੇ ਪ੍ਰੈਸ਼ਰਾਈਜ਼ ਕਰਦੇ ਰਵਾਂਗੇ ਜੀ। ਕਿ ਜਦੋਂ ਜਦੋਂ ਇਹ ਲੋਕਾਂ ਤੱਕ ਝੂਠ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਅਸੀਂ ਲੋਕਾਂ ਨੂੰ ਸੱਚ ਦਿਖਾਉਣ ਲਈ ਹਮੇਸ਼ਾ ਅੱਗੇ ਜਿੰਨਾ ਹੋ ਸਕੇ ਅਸੀਂ ਕੋਸ਼ਿਸ਼ਾਂ ਕਰਦੇ ਬਿਲਕੁਲ। ਰਹਾਂਗੇ, ਤਾਂ ਕਿ ਆਮ ਲੋਕਾਂ ਨੂੰ ਸਮਝ ਲੱਗ ਸਕੇ ਕਿ ਵੈਂਡੇਟਾ ਪੋਲਿਟਿਕਸ ਕੀ ਹੁੰਦੀ ਹੈ। ਬਿਲਕੁਲ, ਤੇ ਕੋਸ਼ਿਸ਼ ਇਹੀ ਕਰਾਂਗੇ ਕਿ ਜਿਹੜੀ ਇੱਕ ਕਾਂਗਰਸ ਪਾਰਟੀ ਹੈ ਜਿਹੜੀ ਕਿ ਆਜ਼ਾਦੀ ਤੋਂ ਪਹਿਲਾਂ ਦੀ ਲੜਾਈ ਲੜ ਰਹੀ ਹੈ, ਲੇਕਿਨ ਉਸ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਜਿਹੜੇ ਪ੍ਰਾਈਮ ਮਿਨਿਸਟਰ ਹੈ ਕਾਂਗਰਸ ਤੋਂ ਰਹੇ, ਕਈ ਲੀਡਰਸ ਕਾਂਗਰਸ ਤੋਂ ਨਿਕਲੇ, ਲੇਕਿਨ ਅੱਜ ਭਲੇ ਹੀ ਕਾਂਗਰਸ ਛੱਡ ਗਏ ਨੇ, ਲੇਕਿਨ ਇੱਕ ਵਾਰ ਫਿਰ ਤੋਂ ਸ਼ੁਰੂਆਤ ਜ਼ਰੂਰ ਕੀਤੀ ਹੈ ਕਾਂਗਰਸ ਨੇ, ਕਿਉਂਕਿ 2024 ਦੇ ਵਿੱਚ ਵੀ ਜਿਹੜੀ ਹੈ ਚੋਣਾਂ ਆਉਣ ਵਾਲੀਆਂ ਨੇ ਲੋਕ ਸਭਾ ਦੀ, ਤੇ ਉਸ ਦੀ ਤਿਆਰੀ ਜਿਹੜੀ ਉਹ ਜ਼ਰੂਰ ਸ਼ੁਰੂ ਹੋ ਗਈ। ਟੀਨਾ ਮੈਮ, ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਕਾਂਗਰਸ ਦੀ ਗੱਲ ਕੀਤੀ ਕਿ ਕਾਂਗਰਸ ਕਿਵੇਂ ਕੋਸ਼ਿਸ਼ ਕਰ ਰਹੀ ਹੈ, ਤਾਂ ਉਮੀਦ ਇਹੀ ਕਰਦੇ ਹਾਂ ਕਿ ਪਾਰਟੀ ਵਰਕਰ ਜਿਹੜੇ ਹੈ ਪਾਰਟੀ ਦੇ ਨਾਲ ਜੁੜਨ, ਤੇ ਇੱਕ ਤਰੀਕੇ ਦੇ ਨਾਲ ਕਹੀਏ ਕਿ ਇੱਕ ਵਾਰ ਫਿਰ ਤੋਂ ਜਿਹੜੀ ਯੂਨਾਈਟਿਡ ਪਾਰਟੀ ਨਜ਼ਰ ਆਏ। ਲੇਕਿਨ ਇਹ ਸੌਖਾ ਨਹੀਂ ਹੋਏਗਾ, ਚੁਣੌਤੀਆਂ ਬਹੁਤ ਨੇ ਪਾਰਟੀ ਦੇ ਕੋਲ, ਕਿਉਂਕਿ ਫਿਲਹਾਲ ਜਿਵੇਂ ਮੈਂ ਦੱਸਿਆ ਕਿ ਲਗਾਤਾਰ ਇਸਤੀਫਿਆਂ ਦਾ ਦੌਰ ਜਾਰੀ ਹੈ, ਤੇ ਭਾਰਤ ਜੋੜੋ ਯਾਤਰਾ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ, ਜਿੱਥੇ ਕਿਹਾ ਜਾ ਰਿਹਾ ਭਾਰਤ ਜੋੜੋ ਨਹੀਂ ਭਾਰਤ ਤੋੜੋ ਯਾਤਰਾ ਹੈ। ਦੇਖਣਾ ਹੋਏਗਾ ਕਿ ਆਖਿਰ ਇਸ ਯਾਤਰਾ ਦੇ ਨਾਲ ਕਿੰਨੇ ਕੁ ਲੋਕ ਜੁੜਦੇ ਹੈ। ਖੈਰ, ਇਹ ਸਾਰੀ ਚੀਜ਼ਾਂ ਤਾਂ ਜਿਹੜੀਆਂ ਚੋਣਾਂ ਦੇ ਵਿੱਚ ਹੀ ਪਤਾ ਲੱਗੇਗੀ, ਲੇਕਿਨ ਕਿਤੇ ਨਾ ਕਿਤੇ ਕਾਂਗਰਸ ਨੂੰ ਸੋਚਣ ਦੀ ਜ਼ਰੂਰ ਲੋੜ ਹੈ ਕਿ ਆਖਿਰ ਉਹਨਾਂ ਦੇ ਜਿਹੜੀ ਲੀਡਰਸ ਹੈ, ਜਿਹੜੇ ਵਰਕਰਸ ਹੈ, ਉਹਨਾਂ ਨੂੰ ਕਿਵੇਂ ਜਿਹੜਾ ਹੈ ਜੋੜ ਕੇ ਰੱਖਿਆ ਜਾਵੇ। ਤੇ ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।